हेलो स्टूडेंट्स, क्लास 10 ਦੇ ਲਈ CEP 2025-26 ਦੀ ਵਰਕਸ਼ੀਟ 3 ਆ ਚੁੱਕੀ ਹੈ। ਆਈ ਹੋਪ ਕਿ ਤੁਸੀਂ ਪਹਿਲੀ ਦੋ ਵਰਕਸ਼ੀਟਸ ਕੀਤੀਆਂ ਹੋਣਗੀਆਂ ਔਰ ਤੁਹਾਨੂੰ ਸਮਝ ਵੀ ਆ ਗਈਆਂ ਹੋਣਗੀਆਂ। ਇਸ ਵਰਕਸ਼ੀਟ ਦੇ ਵਿੱਚ ਆਪਾਂ 3D ਆਬਜੈਕਟਸ ਜਿਵੇਂ ਕਿ ਕੋਨ, ਸਫੀਅਰ, ਹੈਮੀਸਫੀਅਰ, ਸਿਲੰਡਰ ਇਹਨਾਂ ਸਭ ਦੇ ਵੋਲਿਊਮਸ ਐਂਡ ਸਰਫੇਸ ਏਰੀਆ ਡਿਸਕਸ ਕਰਾਂਗੇ। ਤਾਂ ਤੁਸੀਂ ਇਸ ਵਰਕਸ਼ੀਟ ਦੇ ਨਾਲ ਨਾਲ ਨੋਟਸ ਜ਼ਰੂਰ ਬਣਾਉਣੇ ਨੇ। ਲੈਟ ਅਸ ਸਟਾਰਟ। ਮੈਂ ਹਾਂ ਸਰਬਜੀਤ ਤੂਰ फ्रॉम द क्वेस्ट फॉर मैथ्स। ऐसे प्लेटफॉर्म पर तुसी मैथ्स की एक्सक्लूसिव नॉलेज ले सकते हो फ्रॉम स्कूल टू कॉलेज एंड कॉम्पिटिशन्स। जिवें कि तुसी बेटा देख ही रहे हो वर्कशीट 3 दे विच सरफेस एरिया वॉल्यूम डिस्कस किया जाऊगा 3D फिगर्स का। ਤਾਂ ਅਸਾਈਨਮੈਂਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਹਨਾਂ ਦੇ ਫਾਰਮੂਲਾਜ਼ ਨੂੰ ਸਮਝ ਲਓਗੇ ਔਰ ਫਾਰਮੂਲਾਜ਼ ਨੂੰ ਯਾਦ ਕਰ ਲਓਗੇ ਤਾਂ ਅਸਾਈਨਮੈਂਟ ਨੂੰ ਸਮਝਣਾ ਔਰ ਅਸਾਈਨਮੈਂਟ ਨੂੰ ਕਰਨਾ ਬਹੁਤ ਹੀ ਆਸਾਨ ਰਹੇਗਾ। ਤਾਂ ਮੈਂ ਕੁਇਕ ਰਿਵੀਜ਼ਨ ਤੁਹਾਨੂੰ ਕਰਵਾ ਦਿੰਦੀ ਹਾਂ। ਫਸਟ 3D ਫਿਗਰ ਆਪਾਂ ਲੈ ਰਹੇ ਹਾਂ ਕੋਨ। ਕੋਨ ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਸ਼ੰਕੂ ਵੀ ਕਹਿ ਦਿੰਦੇ ਹਾਂ। ਤੁਸੀਂ ਕੈਪਸ ਦੇਖੀਆਂ ਹੋਣਗੀਆਂ, ਬਰਥਡੇ ਕੈਪਸ, ਆਈਸਕ੍ਰੀਮ ਕੋਨਸ ਦੇਖੇ ਹੋਣਗੇ। ਇਸ ਫਿਗਰ ਦਾ ਆਮ ਕਰਕੇ ਉੱਥੇ ਤੁਸੀਂ 3D ਦੇਖ ਹੀ ਲੈਂਦੇ ਹੋ। ਕੋਨ ਦੇ ਵਿੱਚ ਬੇਟਾ ਇਸ ਪੁਆਇੰਟ ਨੂੰ ਆਪਾਂ ਕੋਨ ਦੀ ਵਰਟੈਕਸ ਜਾਂ ਸਿਖਰ ਕਹਿ ਦਿੰਦੇ ਆ। ਆ ਨੀਚੇ ਜਿਹੜਾ ਕੋਨ ਦੇ ਵਿੱਚ ਹੁੰਦਾ ਹੈ ਉਹ ਇੱਕ ਸਰਕਲ ਹੁੰਦਾ ਹੈ, ਉਹਦਾ ਬੇਸ ਕਹਾਉਂਦਾ ਹੈ। ਔਰ ਇਸ ਪੁਆਇੰਟ ਤੋਂ ਲੈ ਕੇ ਸਰਕਲ ਦੇ ਇੱਥੇ ਐਂਡ ਤੱਕ ਆ ਵਾਲਾ ਪੁਆਇੰਟ ਜਿਹੜਾ ਹੈ ਆ ਡਿਸਟੈਂਸ ਜੋ ਉਹਦੀ ਰੇਡੀਅਸ ਕਹਾਉਂਦਾ ਹੈ। ਔਰ ਵਰਟੈਕਸ ਤੋਂ ਲੈ ਕੇ ਇਸ ਸੈਂਟਰ ਤੱਕ ਜੋ ਉਚਾਈ ਹੁੰਦੀ ਹੈ ਉਹਦੀ ਹਾਈਟ ਕਹਾਉਂਦੀ ਹੈ। लेकिन तुसी देख रहे हो कि आ वाली भी इत्थे एक ऊंचाई है जिन्हों आपां कह दिंदे हैं स्लांट हाइट या तिरछी ऊंचाई। तिरछी ऊंचाई और इन्हों आम करके L नाल रिप्रेजेंट किया जा रहा है। सो अपने कोल R रेडियस यानी कि अर्ध व्यास, H हाइट यानी कि ऊंचाई और L स्लांट हाइट यानी कि तिरछी ऊंचाई। तीन चीज़ां कोन ਲਈ प्रेजेंट ਰਹਿੰਦੀਆਂ ਨੇ। ਤਾਂ ਸਰਫੇਸ ਏਰੀਆ ਕੋਨ ਦਾ ਸਰਫੇਸ ਏਰੀਆ ਨੀਚੇ ਜਿਹੜਾ ਸਰਕਲ ਬਣਿਆ ਬੇਟਾ ਬੇਸ ਦੇ ਵਿੱਚ ਉਹਦਾ ਤੁਹਾਨੂੰ ਪਤਾ ਹੀ ਹੈ ਏਰੀਆ ਕਿੰਨਾ ਹੁੰਦਾ ਹੈ, ਖੇਤਰਫਲ πr² ਹੁੰਦਾ ਹੈ। ਔਰ ਕੋਨ ਦਾ ਜਿਹੜਾ ਹਿੱਸਾ ਉੱਪਰ ਵਾਲਾ ਹੈਗਾ ਸਰਕਲ ਨੂੰ ਛੱਡ ਕੇ ਉਹਨੂੰ ਆਪਾਂ ਟੇਢੀ ਸਤ੍ਹਾ ਦਾ ਖੇਤਰਫਲ ਕਹਿੰਦੇ ਆ ਜਾਂ ਕਰਵ ਸਰਫੇਸ ਏਰੀਆ, ਉਹ ਹੁੰਦਾ ਹੈ πr/l। ਇਹ ਤੁਹਾਨੂੰ ਪਤਾ ਹੀ ਹੈ ਕੀ ਹੈ। ਤਾਂ πr R plus L अपने को फॉर्मूला आ जाता है टोटल सरफेस एरिया एक शंकु दा या कोन दा। ठीक है, ਇਹਦੇ ਵਿੱਚ ਹੁਣ R ਨੂੰ ਅਗਰ R H और L ਦੀ ਆਪਾਂ ਗੱਲ ਦੇਖੀਏ ਤਾਂ ਇੱਥੇ ਇੱਕ 90 ਡਿਗਰੀ ਦਾ ਕੋਨ ਬਣ ਰਿਹਾ। ਇਸ ਕਰਕੇ ਇੱਥੇ ਪਾਈਥਾਗੋਰਸ ਥਿਓਰਮ ਅਪਲਾਈ ਹੁੰਦੀ ਹੈ। ਜੇ ਸਾਨੂੰ ਲੋੜ ਪਵੇ ਤਾਂ ਇਸ ਫਾਰਮੂਲੇ ਦੇ ਨਾਲ R H ਜਾਂ L ਵਿੱਚੋਂ ਜਿਹੜੀ ਵੀ ਚੀਜ਼ ਅਨਨੋਨ ਹੈ ਉਹਨੂੰ ਕੱਢਿਆ ਜਾ ਸਕਦਾ ਹੈ। ਇਹ ਤਿੰਨੋਂ ਹੀ ਇਸ ਫਾਰਮੂਲੇ ਨਾਲ ਰਿਲੇਟਡ ਹੁੰਦੀਆਂ ਨੇ। ਤਾਂ ਆਈ ਹੋਪ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਗੀ। दूसरी चीज आ गई बेटा वॉल्यूम। वॉल्यूम या आयतन। ਹੁਣ ਆਇਤਨ ਕੀ ਹੁੰਦਾ ਹੈ? ਕਿਸੇ ਵੀ 3D ਫਿਗਰ ਦੇ ਵਿੱਚ ਆਕਾਰ ਦੇ ਵਿੱਚ ਆਪਾਂ ਵਸਤੂ ਕਿੰਨੀ ਪਾ ਸਕਦੇ ਹਾਂ, ਪਾਣੀ ਕਿੰਨਾ ਪਾ ਸਕਦੇ ਹਾਂ, ਤੇਲ ਕਿੰਨਾ ਪਾ ਸਕਦੇ ਹਾਂ। ਫੋਰ ਐਗਜ਼ਾਮਪਲ ਮੇਰੇ ਕੋਲ ਹੁਣ ਇੱਕ ਬਾਕਸ ਹੈ। ਇਸ ਬਾਕਸ ਦੇ ਵਿੱਚ ਕਿੰਨੀ ਹਵਾ ਭਰੀ ਹੋਈ ਹੈ ਜਾਂ ਮੈਂ ਇਹਦੇ ਵਿੱਚ ਪਾਣੀ ਕਿੰਨਾ ਭਰ ਸਕਦੀ ਹਾਂ, ਉਹ ਕੀ ਕਹਾਉਂਦਾ ਹੈ? ਇਹਦਾ ਆਇਤਨ ਕਹਾਉਂਦਾ ਹੈ। ਔਰ ਜੇ ਆਪਾਂ ਇਹਦੇ ਉੱਪਰ ਰੰਗ ਕਰਨਾ ਹੋਵੇ ਜਿੱਥੇ ਹੱਥ ਫੇਰਿਆ ਜਾ ਸਕ ਰਿਹਾ ਹੈ, ਉਹ ਇਹਦਾ ਕੀ ਕਹਾਉਂਦਾ ਹੈ? ਖੇਤਰਫਲ ਕਹਾਉਂਦਾ ਹੈ। ਦੋਨੋਂ ਚੀਜ਼ਾਂ ਵਿੱਚ ਇਹ ਫਰਕ ਹੁੰਦਾ ਹੈ। ਤਾਂ ਆਇਤਨ ਦੀ ਗੱਲ ਕਰੀਏ ਤਾਂ 1/3 πr² h ਇਹਦਾ ਫਾਰਮੂਲਾ ਹੁੰਦਾ ਹੈ। ਇੱਥੇ L ਦਾ ਇਸਤੇਮਾਲ ਨਹੀਂ ਹੋ ਰਿਹਾ। ਇਸ ਫਾਰਮੂਲੇ ਨੂੰ ਤੁਸੀਂ ਅੱਗੇ ਵੀ ਦੇਖੋਗੇ ਥੋੜੇ ਜਿਹੇ ਡਿਫਰੈਂਟ ਰੂਪ ਦੇ ਵਿੱਚ। ਸਿਲੰਡਰ ਦੇ ਨਾਲ ਇਹਨੂੰ ਸੁਮੇਲ ਦੇ ਨਾਲ ਤੁਹਾਨੂੰ ਮੈਂ ਯਾਦ ਕਰਵਾਵਾਂਗੀ। ਨੈਕਸਟ ਆਪਣੇ ਕੋਲ ਬੇਟਾ ਫਿਗਰ ਆ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸਿਲੰਡਰ, ਜਿਹਨੂੰ ਕਿ ਆਪਾਂ ਪੰਜਾਬੀ ਵਿੱਚ ਵੇਲਣ ਵੀ ਕਹਿ ਦਿੰਦੇ ਹਾਂ। ਤੁਹਾਡੀ ਵਰਕਸ਼ੀਟ ਦੇ ਵਿੱਚ ਵੇਲਣ ਇਸਤੇਮਾਲ ਸ਼ਬਦ ਨਹੀਂ ਹੋਇਆ, ਸਿਲੰਡਰ ਸ਼ਬਦ ਇਸਤੇਮਾਲ ਹੋਇਆ। ਤਾਂ ਇਹਦਾ ਵੋਲਿਊਮ ਤੇ ਇਹਦਾ ਸਰਫੇਸ ਏਰੀਆ ਸਮਝਣ ਲਈ ਪਹਿਲਾਂ ਆਪਾਂ ਇਹਦੀ ਫਿਗਰ ਨੂੰ ਸਮਝਦੇ ਹਾਂ। ਇੱਕ ਸਿਲੰਡਰ ਦੇ ਵਿੱਚ ਤਿੰਨ ਫਿਗਰਸ ਦਾ ਸੁਮੇਲ ਹੁੰਦਾ ਹੈ। ਉੱਪਰ ਵੀ ਸਰਕਲ ਦੇਖ ਰਹੇ ਹੋ, ਥੱਲੇ ਵੀ ਸਰਕਲ ਦੇਖ ਰਹੇ ਹੋ ਔਰ ਆਸੇ-ਪਾਸੇ ਜਿਹੜਾ ਹੈ ਕਰਵਡ ਸਰਫੇਸ ਏਰੀਆ ਇਹਦਾ। ਜਿਵੇਂ ਕਿ ਆ ਮਾਰਕਰ ਹੈ, ਇਸ ਮਾਰਕਰ ਦੇ ਵਿੱਚ ਜਿਹੜਾ ਆ ਮੈਂ ਇੱਥੋਂ ਫੜਿਆ ਹੋਇਆ ਇਹਦਾ ਕਰਵਡ ਸਰਫੇਸ ਏਰੀਆ, ਇੱਥੇ ਵੀ ਸਰਕਲ ਔਰ ਇੱਥੇ ਵੀ ਸਰਕਲ ਹੈ। ਤਾਂ ਇੱਕ ਸਿਲੰਡਰ ਦਾ ਇਹ ਐਗਜ਼ਾਮਪਲ ਹੈ। ਹੁਣ ਜੇ ਆਪਾਂ ਇਹਦਾ ਬੇਟਾ ਟੋਟਲ ਸਰਫੇਸ ਏਰੀਆ ਪਤਾ ਕਰਨਾ ਹੋਵੇ ਤਾਂ ਦੋ ਆਪਣੇ ਕੋਲ ਚੱਕਰ ਨੇ, ਇੱਕ ਉੱਪਰ ਇੱਕ ਥੱਲੇ, ਔਰ ਇਹਦਾ ਕਰਵਡ ਸਰਫੇਸ ਏਰੀਆ 2πr/h। ਹੁਣ ਗੱਲ ਆ ਗਈ ਆਪਣੇ ਕੋਲ ਵੋਲਿਊਮ ਦੀ, ਮਤਲਬ ਇਹਦੇ ਵਿੱਚ
हवा कितनी भरी है या समान कितना पाया जा सकता है। तो 1/3 पाई आर स्क्वायर एच आपां कोण दा फॉर्मूला याद कीता सी ना बेटा, ਇਹਦੇ ਵਿੱਚੋਂ ਆਹ ਵਾਲੀ ਫਿਗਰ ਹਟਾ ਦਿਓ ਤਾਂ ਪਾਈ ਆਰ ਸਕੁਆयर ਇੱਕ ਸਿਲੰਡਰ ਦਾ ਵੋਲਿਊਮ ਹੁੰਦਾ ਹੈ। ਕਹਿਣ ਦਾ ਭਾਵ ਹੈ ਅਗਰ ਅਰਧ ਵਿਆਸ ਔਰ ਹਾਈਟ ਇੱਕ ਸਿਲੰਡਰ ਅਤੇ ਇੱਕ ਕੋਨ ਦੀ ਬਰਾਬਰ ਹੋ ਜਵੇ, ਆਹੀ ਆਰ ਇਹਦੇ ਵਿੱਚ ਹੋਵੇ ਆਹੀ ਇਹਦੀ ਉਚਾਈ ਹੋਵੇ, ਤਾਂ ਦੋਨਾਂ ਦਾ ਵੋਲਿਊਮ ਦੇ ਵਿੱਚ ਕੀ ਰਿਲੇਸ਼ਨ ਰਹਿੰਦਾ ਹੈ, ਸਿਲੰਡਰ ਦੇ ਵੋਲਿਊਮ ਦਾ 1/3 ਕਰ ਦੋ ਤਾਂ ਸ਼ੰਕੂ ਦਾ ਵੋਲਿਊਮ ਬਣ ਜਾਂਦਾ ਹੈ। ਕਹਿਣ ਦਾ ਭਾਵ ਹੈ ਇੱਕ ਸਿਲੰਡਰ ਦੇ ਵਿੱਚ ਤਿੰਨ ਕੋਣ ਨਿਕਲ ਸਕਦੇ ਨੇ, ਇੱਕ ਤੁਹਾਡੇ ਬਿਲਕੁਲ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ, ਦੋ ਆਹ ਸਾਈਡਾਂ ਤੋਂ ਵੀ ਨਿਕਲੇ ਆਣਗੇ। ਤਾਂ ਇੱਕ ਸ਼ੰਕੂ ਦਾ ਵੋਲਿਊਮ ਇੱਕ ਸਿਲੰਡਰ ਦਾ 1/3 ਹੁੰਦਾ ਹੈ ਜਦੋਂ ਕਿ ਰੇਡੀਅਸ ਔਰ ਹਾਈਟ ਸੇਮ ਹੋਣ। ਕਲੀਅਰ ਹੈ ਬੇਟਾ, ਇਹ ਦੇ ਕੁਐਸਚਨਸ ਵਿੱਚ ਇਹ ਫਾਰਮੂਲਾ ਬਹੁਤ ਯੂਜ਼ ਹੋਣ ਵਾਲਾ ਹੈ। ਤੁਸੀਂ ਬਚਪਨ ਤੋਂ ਹੀ ਬੇਟਾ ਬਾਲ ਨਾਲ ਖੇਡਦੇ ਆਏ ਹੋ, ਹੈ ਨਾ, ਛੋਟੇ ਬੱਚੇ ਬਾਲ ਨਾਲ ਖੇਡਦੇ ਆ, ਫਿਰ ਆਪਾਂ ਫੁੱਟਬਾਲ ਨਾਲ ਖੇਡਦੇ ਆ, ਕ੍ਰਿਕਟ ਦੀ ਬਾਲ ਹੁੰਦੀ ਹੈ, ਉਹਨੂੰ ਆਪਾਂ ਕੀ ਆਕਾਰ ਦਿੰਦੇ ਹਾਂ, ਸਫੀਅਰ ਦਾ ਆਕਾਰ ਦਿੰਦੇ ਆ। ਇਹ ਦੇਖੋ ਬੇਟਾ ਕ੍ਰਿਕਟ ਦੀਆਂ ਬਾਲਸ ਨੇ, ਆ ਰੈੱਡ ਕ੍ਰਿਕਟ ਬਾਲ ਹੈ ਜਿਹੜੇ ਕਿ ਆਮ ਟੈਸਟ ਮੈਚਾਂ 'ਚ ਯੂਜ਼ ਹੁੰਦੀ ਹੈ, ਤੇ ਆ ਹੋ ਗਈ ਵਾਈਟ ਕ੍ਰਿਕਟ ਬਾਲ ਜਿਹਦੇ ਨਾਲ T20 ਵਨਡੇ ਖੇਡਿਆ ਜਾਂਦਾ। ਇਹ ਕਿਹੜੀ ਸ਼ੇਪ ਹੈ ਆਪਣੇ ਕੋਲ, ਸਫੀਅਰ ਦੀ ਸ਼ੇਪ ਹੈ। ਹੁਣ ਜਿਹੜਾ ਸਫੀਅਰ ਹੁੰਦਾ ਜਿਹਨੂੰ ਆਪਾਂ ਗੋਲਾ ਕਹਿੰਦੇ ਆ, ਉਹਦੀ ਟੇਢੀ ਸਤਹ ਦਾ ਖੇਤਰਫਲ ਔਰ ਕੁੱਲ ਸਤਹ ਦਾ ਖੇਤਰਫਲ ਬਰਾਬਰ ਹੀ ਹੁੰਦਾ ਹੈ। ਇਹਨੂੰ ਯਾਦ ਰੱਖਣ ਦਾ ਬੇਟਾ ਬਹੁਤ ਸੌਖਾ ਫਾਰਮੂਲਾ ਹੈ। ਤੁਹਾਨੂੰ ਇਹਦੇ ਵਿੱਚ ਇੱਕ ਚੱਕਰ ਨਜ਼ਰ ਆ ਰਿਹਾ, ਇਹਦੀ ਅਗਰ ਰੇਡੀਅਸ r ਹੈ ਤਾਂ ਇਸ ਚੱਕਰ ਦਾ ਖੇਤਰਫਲ ਹੈਗਾ ਹੈ ਪਾਈ ਆਰ ਸਕੁਆयर। ਇਹਨੂੰ 4 ਗੁਣਾ ਕਰ ਦੋ ਤਾਂ ਇੱਕ ਸਫੀਅਰ ਦਾ ਸਰਫੇਸ ਏਰੀਆ ਆ ਜਾਂਦਾ ਹੈ। ਠੀਕ, ਇੱਕ ਚੱਕਰ ਦੇ ਖੇਤਰਫਲ ਦਾ 4 ਗੁਣਾ ਕਰ ਦੋ ਤਾਂ ਇੱਕ ਗੋਲੇ ਦਾ ਕੁੱਲ ਸਤਹ ਦਾ ਖੇਤਰਫਲ ਜਾਂ ਟੇਢੀ ਸਤਹ ਦਾ ਖੇਤਰਫਲ ਜੋ ਕਿ ਸੇਮ ਹੁੰਦਾ ਉਹ ਆ ਜਾਂਦਾ ਹੈ। ਹੁਣ ਆਪਾਂ ਇੱਥੋਂ ਦੇਖੀਏ, ਆ ਹੈਗਾ ਹੈ ਹੈਮੀਸਫੀਅਰ, ਯਾਨੀ ਕਿ ਇਸ ਗੋਲੇ ਨੂੰ ਆਪਾਂ ਇੱਥੋਂ ਅੱਧੋਂ ਵਿੱਚ ਕੱਟ ਦਿੱਤਾ ਹੈ। ਜਿਵੇਂ ਕਿ ਤੁਸੀਂ ਗੁਰਦੁਆਰੇ ਦੇ ਉੱਪਰ, ਮੰਦਿਰਾਂ ਦੇ ਉੱਪਰ, ਮੀਨਾਰਾਂ ਦੇ ਉੱਪਰ ਗੁੰਬਦ ਦੇਖਦੇ ਹੋ, ਉਹ ਆ ਸ਼ੇਪ ਦਾ ਹੁੰਦਾ, ਜਿਵੇਂ ਆਹ ਵਾਲੀ ਸ਼ੇਪ ਬਣੀ ਹੋਈ, ਜਿਵੇਂ ਆਪਾਂ ਧਰਤੀ ਦੇ 2 ਹਿੱਸੇ ਕਰ ਦਈਏ ਤਾਂ ਇੱਥੇ 2 ਸਤਹਾਂ ਬਣ ਜਾਂਦੀਆਂ ਨੇ। ਮੈਂ ਤੁਹਾਨੂੰ ਦੋਨੋਂ ਚੀਜ਼ਾਂ ਇਕੱਠੀਆਂ ਦੱਸ ਰਹੀ ਹਾਂ। ਆ ਇੱਥੇ ਇਹਦੀ ਟੇਢੀ ਸਤਹ ਹੈ ਜੋ ਕਿ ਇਹਦਾ ਅੱਧ ਹੋ ਜਾਏਗਾ 2 ਪਾਈ ਆਰ ਸਕੁਆयर। ਪਰ ਆਪਾਂ ਦੇਖ ਰਹੇ ਹਾਂ ਕਿ ਉੱਪਰਲੀ ਸਤਹ ਦੇ ਉੱਪਰ ਇੱਕ ਚੱਕਰ ਵੀ ਬਣ ਰਿਹਾ ਹੈ ਔਰ ਇਹਦਾ ਖੇਤਰਫਲ ਪਾਈ ਆਰ ਸਕੁਆयर ਹੈ। ਤਾਂ ਅਗਰ ਟੇਢੀ ਸਤਹ ਦੇਖੀਏ, कर्व सरफेस एरिया देखिए हेमीस्फीयर दा, ਤਾਂ ਉਹ ਬਣਦਾ ਹੈ 2 ਪਾਈ ਆਰ ਸਕੁਆयर ਇਹਦਾ ਅੱਧ। ਲੇਕਿਨ ਜਦੋਂ ਟੋਟਲ ਸਰਫੇਸ ਏਰੀਆ ਦੇਖੀਏ ਤਾਂ ਉੱਪਰ ਵਾਲੇ ਚੱਕਰ ਵਿੱਚ ਜੁੜ ਜਾਏਗਾ ਤਾਂ ਇਹ ਹੋ ਜਾਏਗਾ 3 ਪਾਈ ਆਰ ਸਕੁਆयर। ਇਹੀ ਫਰਕ ਹੈ ਦੋਨਾਂ 'ਚ। ਠੀਕ ਹੈ, ਸਰਫੇਸ ਏਰੀਆ ਕਲੀਅਰ ਹੋ ਗਿਆ। ਹੁਣ ਗੱਲ ਕਰਦੇ ਹਾਂ ਆਪਾਂ ਵੋਲਿਊਮ ਦੀ। ਤਾਂ ਇਸ ਗੇਂਦ ਦੇ ਵਿੱਚ ਅੰਦਰ ਸੋਲਿਡ ਕਿੰਨਾ ਭਰਿਆ ਹੋਇਆ ਉਹ ਇਹਦਾ ਕੀ ਆਇਤਨ ਹੈ, ਵੋਲਿਊਮ ਹੈ। ਠੀਕ, ਤਾਂ ਇੱਥੋਂ ਹੀ ਫਾਰਮੂਲਾ ਬੇਟਾ ਬਣ ਜਾਏਗਾ। ਆ ਤੁਸੀਂ ਲਿਖ ਲਿਆ, ਆ ਲਿਖਿਆ ਨਾ, ਇਹਦਾ ਬਣਾ ਦਿਓ 3 ਔਰ ਥੱਲੇ ਲਾ ਲਓ 3, ਇਹ ਹੋ ਗਿਆ ਵੋਲਿਊਮ। और हेमीस्फीयर जो अध है ਇਹਦਾ ਸਿਰਫ ਆਪਾਂ अध ही करना है ਤਾਂ 2/3 ਪਾਈ ਆਰ ਕਿਊਬ। ਤੁਸੀਂ ਹੁਣ ਪਿਛਲੇ ਫਾਰਮੂਲੇ 'ਚ ਵੀ ਦੇਖਿਆ ਤਾਂ ਇਸ ਫਾਰਮੂਲੇ ਦੇ ਵਿੱਚ ਵੀ ਦੇਖਿਆ, ਜਦੋਂ ਖੇਤਰਫਲ ਦੀ ਗੱਲ ਹੋਵੇ ਤਾਂ 2 ਕੁਆਂਟੀਟੀਜ਼ ਹੀ ਸਿਰਫ ਗੁਣਾ ਹੋ ਰਹੀਆਂ ਹੁੰਦੀਆਂ ਨੇ, ਲੇਕਿਨ ਜਦੋਂ ਆਇਤਨ ਦੀ ਗੱਲ ਹੋਵੇ ਤਾਂ 3 ਕੁਆਂਟੀਟੀਜ਼ ਗੁਣਾ ਹੋ ਰਹੀਆਂ ਹੁੰਦੀਆਂ ਨੇ। ਤਾਂ ਜਦੋਂ ਇਕਾਈ ਦੀ ਗੱਲ ਆਉਂਦੀ ਹੈ ਤਾਂ ਇਹ ਸੈਂਟੀਮੀਟਰ ਸਕੁਆयर, ਮੀਟਰ ਸਕੁਆयर ਵਿੱਚ ਹੋਊਗੀ, ਯਾਨੀ ਕਿ यूनिट ਸਕੁਆयर। ਔਰ ਜਦੋਂ ਇਹਦੀ ਇਕਾਈ ਲੱਗੂਗੀ ਤਾਂ यूनिट क्यूब ਵਿੱਚ ਲੱਗੂਗੀ। ਇਹ ਗੱਲ ਵੀ ਤੁਸੀਂ ਧਿਆਨ ਰੱਖਣੀ ਹੈ। ਨੈਕਸਟ ਆਪਾਂ ਚੱਲਦੇ ਹਾਂ। ਹੁਣ ਆਪਣੇ ਕੋਲ ਆ ਜਾਂਦਾ ਹੈ ਕਿਊਬ ਤੇ ਕਿਊਬੋਇਡ। ਠੀਕ ਹੈ, ਆ ਤੁਸੀਂ ਕਿਊਬ ਬਖੂਬੀ ਪਹਿਚਾਣਦੇ ਹੋਵੋਗੇ, ਬੱਚੇ ਨੂੰ ਬਾਜ਼ਾਰ ਤੋਂ ਲੈ ਕੇ ਆਉਂਦੇ ਨੇ, ਬੜਾ ਮਜ਼ਾ ਆਉਂਦਾ ਇਹਦੇ ਰੰਗ ਮਿਲਾਣੇ ਦੇ ਵਿੱਚ। ਆ ਦੇਖੋ, ਆ ਕਿਊਬ ਆ ਗਿਆ, ਆਪਾਂ ਇਹਦੇ ਰੰਗ ਮਿਲਾਉਂਦੇ ਆ, ਬੜਾ ਵਧੀਆ ਲੱਗਦਾ ਹੈ। ਠੀਕ, ਇਹਦੇ ਫੇਸਿਸ ਕਿੰਨੇ ਨੇ ਬੇਟਾ, ਇੱਧਰ ਧਿਆਨ ਦਈਏ। ਆ ਨੀਲਾ, ਚਲੋ ਇੱਕੋ ਜਿਹਾ ਰੰਗ ਕਰ ਲੈਂਦੇ ਆ, 1 ਤੇ 2, 2 ਹੋ ਗਏ, 3 ਤੇ 4 ਤੇ 5 ਤੇ 6, ਤਾਂ ਇਹਦੇ 6 ਫੇਸਿਸ ਬਣਦੇ ਨੇ ਜਾਂ 6 ਪਲਕਾਂ ਬਣਦੀਆਂ ਨੇ, ਕਿਹਦੀਆਂ, ਇੱਕ ਘਣ ਦੀਆਂ, ਇੱਕ ਕਿਊਬ ਦੀਆਂ। ਔਰ ਇਹਦੀ ਜਿਹੜੀ ਕਿਨਾਰਾ ਹੁੰਦਾ ਬੇਟਾ L ਜਾਂ ਫਿਰ ਕਦੇ ਆਪਾਂ A ਵੀ ਕਹਿ ਦਿੰਦੇ ਆ, ਭੁਜਾ, ਉਹ ਇੱਕੋ ਹੀ ਮਾਪ ਹੋਊਗਾ। ਤਾਂ ਲੰਬਾਈ, ਚੌੜਾਈ ਤੇ ਉਚਾਈ, ਲੰਬਾਈ, ਚੌੜਾਈ ਤੇ ਉਚਾਈ, ਤਿੰਨੋਂ ਹੀ ਚੀਜ਼ਾਂ ਦਾ ਇੱਕੋ ਹੀ ਨਾਪ ਹੁੰਦਾ ਹੈ, ਜਿਹਨੂੰ ਆਪਾਂ ਕਈ ਵਾਰੀ ਸਾਈਡ ਵੀ ਕਹਿ ਦਿੰਦੇ ਆ। ਠੀਕ ਹੈ, ਤਾਂ 6 ਫੇਸ ਅਸਲ ਦੇ ਵਿੱਚ 1 ਵਰਗ 2 ਵਰਗ 6 ਵਰਗਾਂ ਨੂੰ ਆਪਾਂ ਇਸ ਤਰੀਕੇ ਨਾਲ ਅਟੈਚ ਕੀਤਾ ਹੈ ਤਾਂ ਸਾਡੇ ਕੋਲ ਇੱਕ ਕਿਊਬ ਬਣ ਜਾਂਦਾ। ਤਾਂ ਸਰਫੇਸ ਏਰੀਆ ਦੀ ਗੱਲ ਕਰੀਏ, ਟੋਟਲ ਸਰਫੇਸ ਏਰੀਆ, ਤਾਂ ਇੱਕ ਕਿਊਬ ਕਿੰਨਾ ਹੁੰਦਾ ਹੈ, ਏਰੀਆ ਸਾਈਡ ਸਕੁਆयर,
ਉਹਦਾ ਆਪਾਂ ਸਿਰਫ ਕੀ ਕਰਨਾ ਹੈ 6 ਗੁਣਾ ਕਰਨਾ ਹੈ। ਇसी ਚੀਜ਼ ਨੂੰ ਅਗਰ ਤੁਸੀਂ ਕਿਊਬਾਇਡ ਵਿੱਚ ਦੇਖੋ ਬੇਟਾ, ਕਿਊਬਾਇਡ ਦੇ ਵਿੱਚ ਆ ਆਪਣੇ ਕੋਲ ਕਿਊਬਾਇਡ ਕਣਾਵ, ਲੰਬਾਈ, ਚੌੜਾਈ, ਉਚਾਈ ਤਿੰਨੋਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਨੇ ਜਾਂ ਇੱਕ ਚੀਜ਼ ਘੱਟੋ ਘੱਟ ਵੱਖਰੀ ਹੋਵੇਗੀ। ਤਾਂ ਇਹਦੇ ਵਿੱਚ ਫਾਰਮੂਲਾ ਬੇਟਾ ਕੀ ਬਣੇਗਾ, ਜਿਹੜਾ ਨੀਚੇ ਹੈ ਇਹ ਇਹਦਾ ਹੈਗਾ ਹੈ ਆਧਾਰ, ਜਿਹੜਾ ਤੁਹਾਨੂੰ ਗੂੜੇ ਪੀਲੇ ਰੰਗ ਨਾਲ ਨਜ਼ਰ ਆ ਰਿਹਾ ਹੈ, ਜਾਂ ਮੈਂ ਇੱਥੇ ਐਵੇਂ ਇਸ ਤਰੀਕੇ ਨਾਲ ਸ਼ੇਡ ਕਰ ਦਿੰਦੀ ਹਾਂ, ਇਹ ਹੈ ਆਧਾਰ। ਇਹਦੇ ਵਿੱਚ ਆ ਚੌੜਾਈ ਹੈ ਔਰ ਆ ਕੀ ਹੈਗੀ ਲੰਬਾਈ। ਤਾਂ ਲੰਬਾਈ ਗੁਣਾ ਚੌੜਾਈ ਆਧਾਰ है और ऊपर यदि छत भी जड़ी है वो लंबाई गुणा चौड़ाई है। तो दो बारी आ गया, आ इथों आ गई अपनी चौड़ाई b, ठीक है, और आ गई थी ऊंचाई h। तो b गुणा h इधरों भी ते b गुणा h इधरों भी, दो बारी b गुणा h आ गया। इसी तरीके ना लेंथ ते हाइट आनी है, आ l आ गया ते आ h आ गया, आ l आ गया ते h आ गया, यानी कि मूरे वाला फेस ते जेड़ा पिछे फेस बनया होया है, ठीक है। दो ओ हो जाएंगे यानी कि दो एल एच। तो दो ਨੂੰ ਜੇ ਆਪਾਂ ਕਾਮਨ ਲੈ ਲਈਏ एल बी बी एच ਤੇ एल एच, ਇਹਦਾ ਕੀ ਬਣ ਗਿਆ ਟੋਟਲ ਸਰਫੇਸ ਏਰੀਆ। ਇਹਦੇ ਵਿੱਚ ਬੇਟਾ ਕਈ ਵਾਰੀ ਕੁਐਸਚਨ ਹੁੰਦਾ ਹੈ ਕਿ ਆਪਾਂ ਨੂੰ ਛੱਤ ਨੂੰ ਛੱਡ ਦੇਣਾ ਜਿਵੇਂ ਕਿ ਸਵਿਮਿੰਗ ਪੂਲ ਵਿੱਚ ਹੁੰਦਾ ਹੈ, ਜਾਂ ਆਪਾਂ ਸਿਰਫ ਦੀਵਾਰਾਂ ਤੇ ਇੱਕੋ ਜਿਹਾ ਰੰਗ ਕਰਾਣਾ ਹੈ, ਆਪਣੇ ਕੁਐਸਚਨਾਂ ਦੇ ਵਿੱਚ ਆਉਂਦਾ ਹੈ। ਤਾਂ ਜਦੋਂ ਦੀਵਾਰਾਂ ਦੀ ਗੱਲ ਹੋਗੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਆ ਰਹੀਆਂ ਮੇਰੀਆਂ ਦੀਵਾਰਾਂ, ਆ ਤਾਂ ਆਪਣੇ ਕੀ ਹੈ ਛੱਤ ਤੇ ਆਧਾਰ ਹੈ, ਤਾਂ ਇਹਦੇ ਵਿੱਚੋਂ ਇੱਕ ਚੀਜ਼ ਛੱਡਾਂਗੇ ਸਵਿਮਿੰਗ ਪੂਲ ਦੇ ਵਿੱਚ। समझ आ रही गल ਤੁਹਾਨੂੰ? ਤਾਂ ਜੇ ਸਮਝ ਕੇ ਫਾਰਮੂਲੇ ਕਰੋਗੇ ਤਾਂ ਬੇਟਾ ਕੁਐਸਚਨ ਅਟੈਂਡ ਕਰਨੇ ਬਹੁਤ ਸੌਖੇ ਨੇ। ਤੇ ਆ ਗਿਆ ਸਰਫੇਸ ਏਰੀਆ, ਹੁਣ ਆ ਗਿਆ ਦਾ ਵੋਲਿਊਮ ਯਾਨੀ ਕਿ ਆਇਤਨ, ਬਹੁਤ ਹੀ ਸੌਖਾ ਹੈ। ਇਦਾਂ ਤਾਂ ਸਾਰਾ ਕੁਝ ਹੀ ਸੇਮ ਹੈ ਬੇਟਾ, ਤਾਂ ਇਹ L ਗੁਣਾ L यानी कि पूजा लिख लो, ਉਹਦਾ 3 ਕਰ ਲਓ, ਸਾਈਡ ਦਾ ਪਾਵਰ 3 ਸਾਈਡ ਕਿਊਬ ਆ ਗਿਆ। और ਜਦੋਂ ਮੇਰੇ ਕੋਲ ਵੋਲਿਊਮ क्यूबॉइड ਦਾ ਆਏਗਾ, क्यूबॉइड ਦਾ ਵੋਲਿਊਮ ਆਏਗਾ लंबाई गुणा चौड़ाई गुणा ऊंचाई, है भी इत्थे भी वही है लंबाई चौड़ाई ते ऊंचाई, पर तीनों सेम होने करके घाट 3 बन जाते ते इत्थे LBH रहंदा है। सो ये सी तुहाडे बेटा फॉर्मूलाज, और इस फॉर्मूला के बेस पर आप क्वेश्चन जो करांगे तो तुहानूं असाइनमेंट बहुत ही सौखी लगेगी। तुसीं फिगर नूं हमेशा इमेजिन करके ही काम नूं करना है। तो असाइनमेंट वाल आपां चलदे हां, पहले क्वेश्चन तो शुरू करते हैं। एक किनारे ते तिखी कीती एक पेंसिल सुमेल है, बिल्कुल कॉर्नर के उपर एजेस के उपर अगर एक पेंसिल नूं शार्प कर दिता जाए तो वह दो शेप्स का कॉम्बीनेशन बन जाती है। आ जो शेप है तुहानूं पता लग रहा है एक कोन है, शंकु है, और नीचे आ देखने नूं तां तुहानूं लग रहा है रैक्टेंगल है, पर तुसीं इहनूं ध्यान नाल देखो, इस आ वाली जो शेप हैगी पेन या पेंसिल की, ये शेप जो है सिलेंडर हुंदा है यानी कि वेलण। सो एक शंकु अते एक सिलेंडर का सुमेल है। ऊंचाई h अते अर्धव्यास r वाले सिलेंडर का आयतन की है, हाइट h एंड रेडियस r। तो वॉल्यूम ऑफ अ सिलेंडर इज पाई r स्क्वायर h। एक गोले की वक्र सतह का क्षेत्रफल 616 सेंटीमीटर स्क्वायर है, इसका अर्धव्यास की होवेगा। तो इस क्वेश्चन को बेटा आपां नूं सॉल्व करना पेगा, और ये क्वेश्चन थोड़ी जित तक मैनूं याद है 9th या 10th क्लास की इस चैप्टर दे विच एक क्वेश्चन है, और थोनों अगर बहुत ज़्यादा प्रैक्टिस है तो आंसर भी याद होएगा, बट लेट अस सॉल्व इट। सो क्वेश्चन नंबर 3 विच बेटा आपां नूं दे रखिया है कि एक स्फीयर जिहड़ा है वो गोला, ओदा कर्व सरफेस एरिया या टोटल सरफेस एरिया 4 पाई r स्क्वायर हैगा है। तां 4 पाई r स्क्वायर दे मुੱਲ दे रखिया 616, ਉਹ ਆਪਾਂ ਇਹਦੇ ਬਰਾਬਰ ਪਾ ਲਿਆ। बेटा क्वेश्चन ਦੇ ਵਿੱਚ ਚਾਹੇ ਤੁਸੀਂ ਇਹਨੂੰ ਹੱਲ ਕਰਨਾ ਹੈ, ਚਾਹੇ ਇਹਦਾ ਮੁੱਲ ਦੇ ਰੱਖਿਆ ਹੈ, ਫਾਰਮੂਲਾ ਦੋਨੋਂ ਟਾਈਮ ਹੀ ਇਸਤੇਮਾਲ ਹੋਵੇਗਾ ਹੀ ਹੋਵੇਗਾ, ਇਹਨੂੰ ਯਾਦ ਰੱਖੋ ਗੱਲ ਨੂੰ। 4 पाई r स्क्वायर 616 ਦੇ ਬਰਾਬਰ ਆ ਗਿਆ। ਉਹਨੇ ਪੁੱਛਿਆ ਕਿ ਅਰਧਵਿਆਸ ਕਿੰਨਾ ਹੋਏਗਾ, ਤਾਂ r स्क्वायर ਦੀ ਕੀਮਤ 616 ਦੇ ਨਾਲ 4 ਪਾਈ ਨੂੰ ਆਪਾਂ ਕੀ ਕਰ ਦਾਂਗੇ ਭਾਗ ਦੇ ਵਿੱਚ, ਪਾਈ ਦੀ ਕੀਮਤ π/7 ਹੈ, 616/4 ਤਾਂ ਰਹੇਗਾ ਹੀ ਰਹੇਗਾ। ਪਾਈ ਜਿਹੜਾ ਹੈ ਜਦੋਂ ਉਹਨੂੰ ਖੋਲ ਕੇ ਲਿਖਾਂਗੇ ਤਾਂ ਰੈਸਿਪਰੋਕਲ ਵੀ ਹੋਏਗਾ, 7/π ਆ ਗਿਆ। ਇਹ ਕਿੰਨਾ ਬਣ ਗਿਆ ਆਪਣੇ ਕੋਲ 88। ਜੇ ਤੁਸੀਂ 88 ਨੂੰ 7 ਨਾਲ ਮਲਟੀਪਲਾਈ ਕਰੋਗੇ ਤਾਂ 616 ਆਉਂਦਾ ਹੈ, ਤਾਂ ਇੱਥੇ ਆ ਗਿਆ 7। ਆ ਰਕਮਾਂ ਕੱਟੀਆਂ ਜਾਣਗੀਆਂ। r स्क्वायर ਦੀ ਕੀਮਤ 7 × 7, ਤਾਂ r ਦੀ ਕੀਮਤ ਕਿੰਨੀ ਆ ਗਈ ਆਪਣੇ ਕੋਲ 7 सेंटीमीटर, ठीक है। तो इस तरीके ਨਾਲ ਇਸ क्वेश्चन ਨੂੰ ਹੱਲ ਕਰਨਾ ਹੈ, ਤੁਹਾਡੀ ਬੁੱਕ ਦੇ ਵਿੱਚ क्वेश्चन ਹੈਗਾ। सो पता लग गया कि इस क्वेश्चन ਦਾ ਆਨਸਰ ਕਿੰਨਾ ਹੈ 7 सेंटीमीटर। ਭੁਜਾ A ਵਾਲੇ ਦੋ ਕਣ ਇੱਕ ਕਣਾਵ ਬਣਾਉਂਦੇ ਹਨ, ਸਿਰੇ ਤੋਂ अंत विच जुड़ जाते हैं, नतीजे वजों कणाव का आयतन की है। वो कह रहे हैं दो आपां क्यूब जो है वो ले लेने
और उन्होंने ज्वाइन कर दिता गया है, तो देखने दे विच बेटा उपरों जो सरफेस है वो इस तरीके नाल हो जाएगा। उपरों जो सरफेस है तो ए भी ए सीगा और ए भी ए है, क्योंकि दोनों ही क्यूब्स का जो एज है वो ए है। ठीक है, हुण जिहड़ी बेटा हाइट है, इस चीज की हाइट है वो इसी क्यूब की हाइट सी, वो तो ए ही सी। विड्थ है, ब्रेड्थ है उसकी, यानी कि उसकी चौड़ाई है वो भी ए ही रहेगी। सो लेंथ जितनी कितनी हो जाएगी 2a हो जाएगी। और जो बनया हुआ है क्यूबॉइड है ਉਹਦਾ आयतन, कणाव का आयतन, लेंथ ब्रेड्थ हाइट आप फॉर्मूला हुणे देखिया सीगा। तो लेंथ मेरी होगी 2a, आ पूरी लेंथ 2a होगी, लेकिन ऊंचाई भी a है और उसकी चौड़ाई भी a है, तो आ जाएगा मेरे को आंसर 2a क्यूब। क्वेश्चन नंबर 5, दो सिलेंडਰਾਂ ਦੇ अर्ध व्यास 2:3 ਦੇ अनुपात ਵਿੱਚ ਹੈ, ਉਹਨਾਂ ਦੀ ऊंचाई 5:3 ਦੇ अनुपात ਵਿੱਚ ਹੈ, ਤਾਂ ਉਹਨਾਂ ਦੇ ਆਇਤਨਾਂ ਦਾ अनुपात पता करो। 2r और 3r ਆਪਾਂ ਦੀ रेडियस मान ली, लेकिन ਜਿਹੜੀ ऊंचाई है वो पहले सिलेंडर ਦੀ ਜ਼ਿਆਦਾ ਹੈ, ਤਾਂ ਇਹਦੀ 5:3 ਕਰਕੇ ऊंचाई ਦੇ ਰੱਖੀ ਹੈ। ਤਾਂ ਜਿਹੜੀ ਹਾਈਟਸ ਨੇ ਉਹ 5:3 ਦੇ ਵਿੱਚ ਨੇ, ਤਾਂ ਪਹਿਲੇ ਦੀ ऊंचाई ਆਪਾਂ ਮੰਨ ਲਾਂਗੇ 5h, ਦੂਸਰੇ ਦੀ ऊंचाई ਕਿੰਨੀ ਹੋਗੀ ਆਪਣੇ ਕੋਲ 3h। ठीक है, ਜਦੋਂ ਵੀ ਆਪਾਂ ਰੇਸ਼ੋ अनुपात ਨੂੰ ਹਟਾਉਂਦੇ ਤਾਂ ਨਾਲ ਇੱਕ ਆਪਣੇ ਕੋਲ ਅਨਨੋਨ ਨੰਬਰ ਲਗਾਇਆ ਜਾਂਦਾ, ਜਿਵੇਂ ਤੁਸੀਂ ਕੁਐਸਚਨ ਦੇ ਵਿੱਚ x ਲਗਾ ਲੈਂਦੇ ਹੋ। ਨੈਕਸਟ ਉਹ ਕਹਿੰਦਾ ਕੀ ਹੈ ਕਿ ਇਹਨਾਂ ਦੇ ਆਇਤਨਾਂ ਦਾ अनुपात पता करो। आयतन लेना बेटा, आयतन का अपने को फॉर्मूला नजर आ ही रहा है, पाई आर स्क्वायर एच वॉल्यूम, तो पाई और आर स्क्वायर और एच, इधरों भी पाई आर स्क्वायर और कैपिटल एच। ठीक है, पाई इथों आर स्क्वायर कितना आ जाएगा 2r स्क्वायर आ जाएगा, और एच की थां ते कितना आएगा बेटा 5h आ जाएगा। ठीक है, आर स्क्वायर की थां ते आ जाएगा 3r, तो 3r दा स्क्वायर और मल्टीप्लाइड बाय 3h, 4r स्क्वायर 5h और अनुपात 9r स्क्वायर मल्टीप्लाइड बाय 3h। इधरों r स्क्वायर h कैंसिल हो गया, पाई आप पहले कैंसिल कर चुके हैं। ठीक है, तो इतने कितना आ गया मेरे को 20 और रेशो कितनी आ गई 27। राइट ऑप्शन बन जाता है, बी ऑप्शन राइट ऑप्शन। सिलेंडर के शंकु के आधार का अर्ध व्यास ਅਤੇ ऊंचाई बराबर है, सिलेंडर का आयतन ਅਤੇ शंकु के आयतन का अनुपात की होगा। एक सिलेंडर है बेटा, एक कोन है, और ना दी ਜਿਹੜੀ बेस की रेडियस है और हाइट है वो दोनों ही बराबर है। ये बिल्कुल सिंपल जा क्वेश्चन है और ये फॉर्मूले ਦੇ ਵਿੱਚ ਹੀ ਆਪਾਂ ਨੂੰ इसका आंसर पता लग जाता है। ਇੰਨੀ बार क्वेश्चन पूछा जाता है कि ਤੁਹਾਨੂੰ आंसर याद हो जाएगा। सिलेंडर का आयतन पाई आर स्क्वायर एच और ਉਹਦਾ अनुपात लेना है ਆਪਾਂ ਕੋਨ ਦੇ आयतन ਦੇ ਨਾਲ। एक सिलेंडर ਦੇ ਵਿੱਚ हमेशा ध्यान रखो, एक सिलेंडर ਦੇ ਵਿੱਚ अगर एक शंकु जो कि सेम हाइट का है और सेम बेस है, रेडियस भी सेम है और दोनों की हाइट भी सेम है, तो इस कोण ਦੇ ਵਿੱਚ जिन्ना पानी जिन्ना रेता आएगा और ਆਪਾਂ ਇਹਦੇ ਨਾਲ सिलेंडर ਨੂੰ ਭਰਨ ਦੀ ਕੋਸ਼ਿਸ਼ ਕਰੀਏ ਤਾਂ 3 ਕੋਣ ਲੱਗ ਜਾਣਗੇ, 3 ਸ਼ੰਕੂ ਲੱਗ ਜਾਣਗੇ। ਕਹਿਣ ਦਾ ਮਤਲਬ ਹੈ सिलेंडर ਦਾ ਜਿਹੜਾ ਵੋਲਿਊਮ ਹੈ ਉਹ 3 ਟਾਈਮਸ ਹੁੰਦਾ ਹੈ ਕੋਣ ਦੇ ਵੋਲਿਊਮ ਦੇ, अगर रेडियस और हाइट सेम होवे। इथों ਤੁਹਾਨੂੰ ਇਹ दिख भी रहा है, अगर इस अनुपात ਨੂੰ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਾਰਾ ਕੁਝ ਇੱਥੇ ਕੈਨਸਲ ਹੋ ਰਿਹਾ ਹੈ, 1:1/3 ਆ ਰਿਹਾ ਹੈ। ਇਹਨੂੰ ਸੋਲਵ ਕਰਾਂਗੇ ਆਪਾਂ 3:1 ਆंसर आ जाएगा 3:1। अगर वो शंकु ਦਾ शंकु ਦੇ आयतन ਦਾ अनुपात ਪਹਿਲਾਂ ਲਿਖ ਦਿੰਦਾ, अगर वो इस तरीके ਨਾਲ ਪੁੱਛਦਾ शंकु रेशो सिलेंडर या बेलन, ਤਾਂ ਆਪਾਂ ਕੀ ਕਹਿੰਦੇ ਫਿਰ 1:3 ਆंसर ਸੀਗਾ। दो गोलियां की सतह का खेत्रफलों का अनुपात 16:9 है, उन्हां दे आयतनां दा अनुपात की होएगा। The surface area of two spheres is in the ratio 16:9. Now what will be the ratio of their volumes? खेत्रफल की हुंदे बेटा 4 पाई r स्क्वायर और इधरों भी 4 पाई r स्क्वायर। जी एदी रेडियस r है और एदी रेडियस स्मॉल r है, सिंपली r स्क्वायर रेशियो कैपिटल R स्क्वायर हुंदा है। सो 16:9 ਜਿਹੜਾ ਹੈ ਉਹ ਕਿਹਦੇ ਬਰਾਬਰ ਆ ਗਿਆ r स्क्वायर रेशियो कैपिटल R स्क्वायर। ਤਾਂ 16 और 9 ਦਾ ਆਪਾਂ ਅਗਰ ਵਰਗਮੂਲ ਲੈ ਲਈਏ ਤਾਂ r रेशियो कैपिटल R ਆ ਜਾਏਗਾ, ਤਾਂ ਇਹ ਆ ਜਾਏਗਾ 4:3। ठीक है, r रेशियो कैपिटल R जो है वो 4:3 आ जाएगा। ਹੁਣ ਉਹਨੇ ਪੁੱਛਿਆ ਕੀ ਹੈ, ਹੁਣ अनुपात ਪੁੱਛ ਲਿਆ ਆਪਣੇ ਕੋਲ, ਉਹਦੇ ਆਇਤਨ ਦਾ अनुपात ਪੁੱਛ ਲਿਆ। ਆਇਤਨ ਦੇ ਵਿੱਚ ਵੀ ਬੇਟਾ r ਦੇ ਵਿੱਚ ਹੀ ਆਨਸਰਸ ਆਉਂਦੇ ਨੇ ਨਾ, r रेशियो कैपिटल R जो है 4:3 मेरा निकल चुका है। हुण आयतन 4/3 पाई r क्यूब
और इधरों 4/3 पाई कैपिटल आर क्यूब। ठीक है, ਤਾਂ ਖੇਤਰਫਲ r ਸਕੁਆਇਰ ਰੇਸ਼ੋ ਕੈਪੀਟਲ r ਸਕੁਆਇਰ ਹੋਇਆ ਔਰ ਜਿਹੜਾ ਆਇਤਨ ਹੈ ਉਹ r ਕਿਊਬ ਰੇਸ਼ੋ ਕੈਪੀਟਲ r ਕਿਊਬ ਹੋਇਆ। ਤਾਂ r और the आंसर मेरे को 4 3 आ चुका है। ਤਾਂ ਇਹਦਾ ਮਤਲਬ 4 ਕਿਊਬ ਰੇਸ਼ੋ 3 ਕਿਊਬ ਜਿਹੜੀ ਰੇਸ਼ੋਜ਼ ਨੇ ਨਾ ਬੇਟਾ ਉਸ ਤਰੀਕੇ ਨਾਲ ਵਰਕ ਕਰਦੀਆਂ ਨੇ। ਤਾਂ ਇੱਥੇ ਆਂਸਰ ਆ ਜਾਏਗਾ ਮੇਰੇ ਕੋਲ 64 और ਰੇਸ਼ੋ ਕਿੰਨਾ ਆ ਜਾਏਗਾ ਮੇਰੇ ਕੋਲ 27। क्वेश्चन नंबर 8 ਤਾਂ ਸੇਮ ਉਸੇ ਤਰੀਕੇ ਨਾਲ ਬੇਟਾ ਉਹੀ ਫਾਰਮੂਲਾ ਹੀ ਯੂਜ਼ ਹੋਣਗੇ। क्यूब ਦਾ ਅਨੁਪਾਤ ਇੱਥੇ ਤੁਹਾਨੂੰ ਦੇ ਰੱਖਿਆ, ਮੈਂ ਅਗਰ ਇੱਥੇ ਸੋਲਵ ਕਰਾਂ ਇਹਨੂੰ क्यूब और r क्यूब ਇਹਦਾ ਅਨੁਪਾਤ ਦੇ ਰੱਖਿਆ ਹੈ और r ਸਕੁਆਇਰ और ਕੈਪੀਟਲ r ਸਕੁਆਇਰ ਦਾ ਅਨੁਪਾਤ ਸਾਨੂੰ ਪੁੱਛਿਆ ਹੋਇਆ ਹੈ। ਤਾਂ ਇੱਕ r क्यूब और कैपिटल r क्यूब 125 रेशो 64 ਦੇ ਤਾਂ ਅਗਰ ਮੈਂ ਇਹਦਾ क्यूब रूट ਲੈ ਲਵਾਂ ਤਾਂ ਉਹ ਕਿਹਦੇ ਬਰਾਬਰ ਹੋ ਜਾਏਗਾ r रेशो r ਦੇ ਬਰਾਬਰ ਹੋ ਜਾਏਗਾ। 8th क्लास ਵਿੱਚ ਬੇਟਾ ਤੁਸੀਂ क्यूब रूट्स बहुत अच्छे तरीके ਨਾਲ ਸਿੱਖ ਚੁੱਕੇ ਹੋ। 5/4 ਆ ਗਿਆ ਮੇਰੇ ਕੋਲ। ਹੁਣ r क्यूब ਦਾ ਆਨਸਰ ਆ ਚੁੱਕਿਆ ਤਾਂ r ਸਕੁਆਇਰ ਦਾ ਆਨਸਰ ਕੀ ਹੋਏਗਾ 5 ਸਕੁਆਇਰ ਰੇਸ਼ੋ 4 ਸਕੁਆਇਰ ਯਾਨੀ ਕਿ 25 ਰੇਸ਼ੋ 16। ਸੋ C ਆਪਸ਼ਨ ਇਜ਼ ਦਾ ਰਾਈਟ ਆਪਸ਼ਨ। C ਆਪਸ਼ਨ ਰਾਈਟ ਆਪਸ਼ਨ। ਗੋਲੇ ਦੀ ਸਤ੍ਹਾ ਦਾ ਖੇਤਰਫਲ ਅਤੇ ਘਣਫਲ ਦਾ ਅਨੁਪਾਤ ਕੀ ਹੋਵੇਗਾ ਜੇਕਰ ਅਰਧ ਵਿਆਸ ਇਕਾਈ ਹੋਵੇ। स्फीयर ਦਾ ਸਰਫੇਸ ਏਰੀਆ ਐਂਡ ਸਫੀਅਰ ਦਾ ਘਣਫਲ ਯਾਨੀ ਕਿ ਸਫੀਅਰ ਦਾ ਵੋਲਿਊਮ ਉਹਦਾ ਰੇਸ਼ੋ ਕੱਢਣ ਨੂੰ ਕਹਿ ਰਿਹਾ। ਤਾਂ ਸਿੰਪਲੀ ਬੇਟਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਕੁਐਸਚਨਸ ਕਿਸ ਚੀਜ਼ ਪਰ ਬੇਸ ਨੇ, ਤੁਹਾਨੂੰ ਫਾਰਮੂਲੇ ਆਣੇ ਚਾਹੀਦੇ ਨੇ। ਜੇਕਰ ਫਾਰਮੂਲੇ ਆਉਂਦੇ ਨੇ ਤਾਂ ਸਾਰੇ ਕੁਐਸਚਨਸ ਵੀ ਬਹੁਤ ਈਜ਼ੀ ਨੇ। 1 ਮਿੰਟ ਦੇ ਕੁਐਸਚਨਸ ਨੇ, ਮੈਨੂੰ ਸਿਰਫ ਸਮਝਾਉਣ ਨੂੰ ਤੁਹਾਨੂੰ ਟਾਈਮ ਲੱਗ ਰਿਹਾ। ਸਫੀਅਰ ਹੀ ਹੈ, ਇੱਕੋ ਹੀ ਸਫੀਅਰ ਲਿਆ ਉਹਨੇ ਔਰ ਉਹਦਾ ਉਹਨੇ ਕੀ ਲੈ ਲਿਆ ਖੇਤਰਫਲ। ਤਾਂ 4 ਪਾਈ r ਸਕੁਆਇਰ ਟੋਟਲ ਸਰਫੇਸ ਏਰੀਆ ਆ ਗਿਆ ਔਰ ਉਹਦਾ ਕਹਿੰਦਾ ਵੋਲਿਊਮ ਕੱਢੋ, ਉਹਦਾ ਰੇਸ਼ੋ ਕੱਢੋ ਉਹਦੇ ਵੋਲਿਊਮ ਦੇ ਨਾਲ। ਤਾਂ ਆ ਜਾਏਗੀ ਚੀਜ਼। ਠੀਕ, ਹੁਣ ਇੱਥੇ ਪਾਈ ਕੈਨਸਲ ਹੋ ਗਿਆ, ਪਾਈ ਕੈਨਸਲ ਹੋ ਗਿਆ, r ਸਕੁਆਇਰ ਔਰ ਇੱਕ r ਸਕੁਆਇਰ ਦੇ ਨਾਲ ਕੈਨਸਲ ਹੋ ਜਾਏਗਾ। ਇੱਥੇ ਸਿਰਫ ਇੱਕ r ਰਹਿ ਜਾਏਗਾ, 4 और 4 ਕੈਨਸਲ ਹੋ ਗਏ। ਤਾਂ ਇੱਥੇ ਮੇਰੇ ਕੋ ਕਿੰਨਾ ਬਚ ਗਿਆ ਸਿਰਫ 1 ਬਚ ਗਿਆ। ਰੇਸ਼ੋ ਕੀ ਬਚ ਗਈ ਇੱਥੇ r ਹੈ ਔਰ ਨੀਚੇ ਕੀ ਹੈਗਾ ਹੈ 3। ਹੁਣ ਉਹਨੇ ਕੀ ਕਿਹਾ ਹੈ ਅਰਧ ਵਿਆਸ ਇੱਕ ਇਕਾਈ ਹੋਵੇ ਤਾਂ ਇੱਥੇ ਕੀ ਹੈ ਮੇਰੇ ਕੋਲ 1 ਹੀ ਹੈ ਤਾਂ ਇਹ 3/1। ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। 8 ਸੈਂਟੀਮੀਟਰ ਭੁਜਾ ਵਾਲੇ ਘਣ ਤੋਂ 2 ਸੈਂਟੀਮੀਟਰ ਭੁਜਾ ਵਾਲੇ ਕਿੰਨੇ ਘਣ ਬਣਾਏ ਜਾ ਸਕਦੇ ਹਨ। देयर इज अ क्यूब whose side is 8 centimeter. How many cubes can be cut from this cube whose side will be 2 centimeter? मतलब ਵੱਡੇ क्यूब ਦੇ ਵਿੱਚੋਂ ਛੋਟੇ ਛੋਟੇ 2 centimeter ਵਾਲੇ क्यूब ਕੱਢਨੇ ਨੇ। ਸਿੰਪਲ ਕੁਐਸਚਨ ਹੈ ਬੇਟਾ, ਦੋਨਾਂ ਦੇ ਵੋਲਿਊਮਸ ਨੂੰ ਆਪਾਂ ਡਿਵਾਈਡ ਕਰ ਦਾਂਗੇ। तो वॉल्यूम पहले क्यूब ਦਾ वॉल्यूम ਭੁਜਾ ਗੁਣਾ ਭੁਜਾ ਗੁਣਾ ਭੁਜਾ या L क्यूब या A क्यूब और दूसरे वॉल्यूम ਨੂੰ ਆਪਾਂ ਡਿਵਾਈਡ ਕਰ ਦਈਏ ਤਾਂ ਆਪਣੇ ਕੋਲ ਸਿੰਪਲੀ ਆਨਸਰ ਆ ਜਾਏਗਾ 4 4 और 4 यानी कि 64 क्यूब्स ਜਿਹੜੇ ਹੈ ਉਹ ਬਣਾਏ ਜਾ ਸਕਦੇ ਨੇ। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ A ਆਪਸ਼ਨ। ਜੇਕਰ ਗੋਲੇ ਦਾ ਅਰਧ ਵਿਆਸ ਦੁੱਗਣਾ ਕਰ ਦਿੱਤਾ ਜਾਵੇ ਉਸ ਦੀ ਸਤ੍ਹਾ ਦਾ ਖੇਤਰਫਲ ਕਿੰਨੇ ਗੁਣਾ ਹੋ ਜਾਵੇਗਾ। ਸਿੰਪਲ ਬੇਟਾ ਆਪਾਂ ਇਹਨੂੰ ਫਾਰਮੂਲੇ ਦੇ ਵਿੱਚ ਪੁੱਟ ਕਰ ਲਾਂਗੇ ਤਾਂ ਆਨਸਰ ਆ ਜਾਏਗਾ। ਕੁਐਸਚਨ ਨੂੰ ਸਮਝੋ, ਇਫ ਦ ਰੇਡੀਅਸ ਇਜ਼ ਡਬਲਡ, r ਦਾ ਕੀ ਕਰ ਦੇਣਾ ਆਪਾਂ 2r ਕਰ ਦੇਣਾ, ਇਕੁਅਲ ਨਹੀਂ ਹੈ ਚਲੋ ਇੰਪਲਾਈਜ਼ ਆ ਤਾਂ ਉਸ ਦੀ ਸਤ੍ਹਾ ਦਾ ਖੇਤਰਫਲ ਔਰ ਕਿਹਦੇ ਵਿੱਚ ਪੁੱਟ ਕਰਾਂਗੇ ਆਪਾਂ ਉਹਦੇ ਸਰਫੇਸ ਏਰੀਆ ਦੇ ਵਿੱਚ ਪੁੱਟ ਕਰ ਦਾਂਗੇ। ਤਾਂ ਮੇਰੇ ਕੋਲ ਸਰਫੇਸ ਏਰੀਆ ਪਹਿਲਾਂ ਕਿੰਨਾ ਸੀਗਾ ਸਫੀਅਰ ਦਾ 4 ਪਾਈ r ਸਕੁਆਇਰ ਤੇ ਹੁਣ ਕੀ ਹੋ ਗਿਆ 4 ਪਾਈ r ਸਕੁਆਇਰ ਦੀ ਥਾਂ ਮੈਂ ਕੀ 2r ਲਵਾਂਗੀ और ਇਹਦਾ ਫਿਰ ਸਕੁਆਇਰ ਕਰਾਂਗੇ। ਇੱਥੇ ਕੈਚ ਹੈ, ਇੱਥੇ ਸਮਝਣੇ ਦੀ ਲੋੜ ਹੈ ਆਪਾਂ ਤੇ 4 ਪਾਈ ਮਲਟੀਪਲਾਈਡ ਬਾਈ 4r ਸਕੁਆਇਰ। ਹੁਣ ਇਹਦੇ ਵਿੱਚੋਂ 4 ਪਾਈ r ਸਕੁਆਇਰ ਦਾ ਬੇਟਾ ਮੇਰਾ ਆਨਸਰ ਹੀ ਨਾ ਵਿੱਚੋਂ ਆਹ 4 ਐਕਸਟਰਾ ਹੈ ਤਾਂ ਜੋ ਪਹਿਲਾਂ ਆਪਣੇ ਕੋਲ ਸਰਫੇਸ ਏਰੀਆ ਸੀ ਉਹਦਾ ਕਿੰਨੇ ਗੁਣਾ ਹੋ ਚੁੱਕਾ ਹੈ 4 ਗੁਣਾ 4 ਟਾਈਮਸ। ਜੇਕਰ ਗੋਲੇ ਦਾ ਅਰਧ ਵਿਆਸ 3 ਗੁਣਾ ਕਰ ਦਿੱਤਾ ਜਾਵੇ, ਸੇਮ ਤਰੀਕੇ ਦਾ ਕੁਐਸਚਨ ਹੈ, ਇਫ ਦ ਰੇਡੀਅਸ ਇਜ਼ ट्रिपल्ड 3 बारी गुणा कर दिता जाए, थ्राइस कर दिता जाए, उसका आयतन कितने गुणा हो जाएगा। नाउ द वॉल्यूम इज इंक्रीज्ड टू कितने टाइम्स उसका वॉल्यूम इंक्रीज करेगा। तो हुण आपां किहदा फार्मूला यूज करांगे वॉल्यूम दा फार्मूला यूज करांगे। इत्थे किहदा फार्मूला है अपने कोल सरफेस एरिया दा फार्मूला है। हुण r दी थां ते मैं कितना पुट करना है 3r पुट करना है तो 4/3 पाई 3r क्यूब। इंटेलिजेंट बच्चे नूं समझ आ गया होना भी जिहड़ा मेरे कोल 3 है ਇਹਦਾ ਹੀ ਮੈਂ ਕਿਊਬ ਲੈਣਾ ਉਹੀ ਮੇਰਾ ਆਨਸਰ ਆ ਜਾਏਗਾ।
3 ਦਾ ਕਿਊਬ ਕਰਾਂਗੇ ਤਾਂ ਕਿੰਨਾ ਆ ਜਾਏਗਾ 27 ਆਨਸਰ। ਜੇਕਰ ਇੱਕ ਕਣ ਦਾ ਕਿਨਾਰਾ ਦੁਗਣਿਤ ਕਰ ਦਿੱਤਾ ਜਾਵੇ, ਯਾਨੀ ਕਿ ਮੇਰੇ ਕੋਲ ਇੱਕ ਕਿਊਬ ਹੈ और ਉਹਦੀ ਸਾਈਡ ਨੂੰ ਮੈਂ ਕੀ ਕਰਤਾ ਹੈ ਟਵਾਈਸ ਕਰਤਾ ਹੈ 2 ਟਾਈਮਸ ਮਲਟੀਪਲਾਈ ਕਰਤਾ ਹੈ। ਅਗਰ ਉਹਦੀ ਸਾਈਡ ਪਹਿਲਾਂ a ਸੀ ਤਾਂ ਹੁਣ ਕਿੰਨੀ ਹੋ ਗਈ ਮੇਰੇ ਕੋਲ 2a। ਇਸ ਦਾ ਆਇਤਨ ਕਿੰਨੇ ਗੁਣਾ ਹੋ ਜਾਏਗਾ, ਵੋਲਿਊਮ ਕਿੰਨੇ ਟਾਈਮਸ ਇੰਕਰੀਜ਼ ਕਰੇਗਾ। ਤਾਂ ਵੋਲਿਊਮ ਦਾ ਫਾਰਮੂਲਾ ਕਿਊਬ ਦੇ ਲਈ ਕੀ ਹੁੰਦਾ ਹੈ, ਸਾਈਡ ਮਲਟੀਪਲਾਈਡ ਬਾਈ ਸਾਈਡ ਮਲਟੀਪਲਾਈਡ ਬਾਈ ਸਾਈਡ। ਤਾਂ 2 ਕਿੰਨੀ ਵਾਰੀ ਮਲਟੀਪਲਾਈ 3 ਟਾਈਮਸ ਮਲਟੀਪਲਾਈ ਹੋਏਗਾ। ਤਾਂ ਇਹਦਾ ਆਨਸਰ ਕੀ ਬਣ ਜਾਏਗਾ ਆਪਣੇ ਕੋਲ 8। ਦੇਖੋ 2a 2a 2a, ਕਿਉਂਕਿ 2 ਨੂੰ 3 ਟਾਈਮਸ ਮਲਟੀਪਲਾਈ ਕੀਤਾ ਹੈ, ਕਿਊਬ ਕੀਤਾ ਇਹਦਾ ਤਾਂ 8 ਆ ਗਿਆ। ਔਰ ਆ a ਕਿਊਬ ਤਾਂ ਮੇਰੇ ਕੋਲ ਪਹਿਲਾਂ ਹੀ ਸੀਗਾ, ਤਾਂ a ਕਿਊਬ ਦਾ ਕਿੰਨੇ ਟਾਈਮਸ ਆ ਗਿਆ, 8 ਗੁਣਾ ਵੱਧ ਗਿਆ ਹੈ। ਅਗਰ ਤੁਹਾਨੂੰ ਬੇਟਾ ਫਾਰਮੂਲਾ ਦੀ ਪਹਿਚਾਣ ਹੈ ਤਾਂ ਤੁਸੀਂ ਕੁਐਸਚਨਸ ਨੂੰ ਆਲਰੇਡੀ ਵੀ ਕਰ ਸਕਦੇ ਹੋ। ਨੈਕਸਟ ਕੁਐਸਚਨ ਚੱਲਦੇ ਹਾਂ ਬੇਟਾ। ਜੇਕਰ ਸ਼ੰਕੂ ਦਾ ਅਰਧ ਵਿਆਸ ਅਤੇ ਉਚਾਈ ਸਿਲੰਡਰ ਦੇ ਅਰਧ ਵਿਆਸ ਅਤੇ ਉਚਾਈ ਦੇ ਬਰਾਬਰ ਹੋਵੇ ਤਾਂ ਉਹਨਾਂ ਦੇ ਘਣਫਲਾਂ ਵਿੱਚ ਅਨੁਪਾਤ ਕੀ ਹੋਵੇਗਾ। ਠੀਕ ਹੈ, 1/3 पाई r स्क्वायर h और पाई r स्क्वायर h। ठीक है, आ सेम है, आ सेम है, आ सेम है, ये सेम ही ने, r r भी सेम है और h h भी सेम ने, ये सानू गिवन है। तो 1/3 अनुपात 1 ताकि की आ जाएगा 3 अदर मल्टीप्लाई करेंगे 1 अनुपात 3। 1 अनुपात 3 कदों आंसर आता बेटा, जदों कोण पहला होवे। अगर सिलेंडर पहला होवे तो 3:1 आंसर आता। बेटा आंसर हैगा है शंकु पहला सीगा ते 1:3। जे अपने कोल सिलेंडर पहला होवे तां 3:1। क्वेश्चन नंबर 15, एक शंकु अते एक अर्ध गोले दा अर्ध व्यास अते आयतन बराबर हन। बहुत इंटरेस्टिंग क्वेश्चन है। शंकु दी ऊंचाई अते अर्ध व्यास दा अनुपात की होवेगा। कई बार बेटा पहला पढ़ने दी भी सानू समझ नहीं लगती हैगी, तुसीं सिर्फ शब्दावली वर्डिंग्स नु फॉलो करया करो और उवें दे फार्मूलाज जो लिख लो, आंसर अपने आप थोड़े सामने जिहड़ा वो क्लियर हुंदा जाएगा। तां एक मेरे कोल कोन है और एक हैगा है हेमीस्फीयर। ठीक है, उन्हां दी रेडियस एंड वॉल्यूम ओ बराबर है। ठीक है, तो वॉल्यूम चाहिए ना दोनों का। अगर कोण है तो ओदा वॉल्यूम हुणे आपां कीता है 1/3 पाई r स्क्वायर h हुंदा है और जेड़ा अर्ध गोला हेमीस्फीयर है ओदा वॉल्यूम स्फीयर दे वॉल्यूम दा आधा हुंदा है। 4/3 दा 2/3 हो जाता है। हुण उन्हें बराबर की दस्सिया अर्ध व्यास दा सेम ही हैगी है। तो r स्क्वायर इथों कैंसिल होएगा और r स्क्वायर इथों सिर्फ इत्थे एक r बच जाएगा। पाई पाई कैंसिल हो जाएगा, 3 और 3 कैंसिल हो जाएगा। तो मेरे को की बच गया h रेशो 2r। हुण देखो आ चीज बच गई। हुण देखो दोबारा क्वेश्चन चाहो, शंकु दी ऊंचाई द हाइट ऑफ द कोन एंड रेडियस इहदा अनुपात लेना ना, तो r नु आपां ले आइए थल्ले, तो h बटे r 2 इत्थे सीगा अपॉन 1, तो 2:1। ये ऑप्शन इज द राइट ऑप्शन। तो बिल्कुल सिंपल तरीके नाल चलो, उलझने की लोड़ नहीं है। पहली कंडीशन है कि थानू फार्मूलास याद होने चाहिए। क्वेश्चन नंबर 16 तो शुरू करते हैं। एक कण दा आयतन दा अनुपात एक गोले दे नाल जो कि कण दे अंदर बिल्कुल फिट हुंदा है की हुंदा है। यानी कि अपने कोल एक क्यूब है और क्यूब दे विच एक स्फीयर जो है वो फिट कीता हुआ है, तो ओदा अनुपात आपस विच वॉल्यूम दा की होवेगा। ठीक है, किस तरीके नाल दी फिगर बनेगी बेटा, आ एक क्यूब है अपने कोल, आ क्यूब हो गया और क्यूब दे अंदर जो है वो स्फीयर है। इस तरीके नाल पूरा कंप्लीट स्फीयर है। तो तुसी ये ध्यान दो कि जो क्यूब दी साइड है, क्यूब दी जो एक साइड होएगी यानी कि ओदा किनारा होएगा, वो स्फीयर दा की होएगा, ओदा हाफ स्फीयर दी की होएगी रेडियस होवेगी। ये चीज आपां यूज करांगे इन्हां दे वॉल्यूम नु पता करन दे लई। ठीक है, तां स्फीयर दी रेडियस यानी कि गोले दा अर्ध व्यास कितना हो जाएगा a/2, जिवें कि आपां फिगर्स दे विच देखिया। हुण वॉल्यूम 1 ते वॉल्यूम 2 दा रेशियो क्यों होएगा, a मल्टीप्लाइड बाय a रेशियो इथों हो जाएगा 4/3 पाई a/2 मल्टीप्लाइड बाय a/2। 3 बारी मल्टीप्लाई होएगा। a तक कैंसिल हो गया। ठीक है, इधरों 2 और 2 दे नाल 4 कैंसिल हो गया, तो 1 इधरों रेशियो आई 4 और अपॉन की आ गया 6। ਇਹਦਾ मतलब आंसर की आ गया मेरे को 6/पाई। तो फर्स्ट ऑप्शन इज द आंसर।
पहला ऑप्शन आंसर हो गया। 12 सेंटीमीटर पासे वाले एक ठोस कांड नू 12 सेंटीमीटर की है बेटा साइड है की दी क्यूब दी, ਉਹਨੂੰ 64 ਛੋਟੇ ਬਰਾਬਰ ਕਿਊਬਸ ਦੇ ਵਿੱਚ ਆਪਾਂ ਉਹਨੂੰ ਡਿਵਾਈਡ ਕਰਦੇ ਹਾਂ। 64 ਛੋਟੇ ਕਿਊਬਸ ਦੇ ਵਿੱਚ ਡਿਵਾਈਡ ਕਰਨਾ ਹੈ ਤਾਂ ਕੁੱਲ ਸਤਹ ਦਾ ਖੇਤਰਫਲ ਕਿਸ ਤਰੀਕੇ ਨਾਲ ਵੱਧ ਜਾਏਗਾ। यानी कि एक ਤਾਂ ਕਿਊਬ ਹੈ ਜਿਹਦੀ ਸਾਈਡ ਹੈਗੀ 12 ਸੈਂਟੀਮੀਟਰ ਔਰ ਉਹਦੇ ਵਿੱਚ ਆਪਾਂ 64 ਕਿਊਬਸ ਕੱਟੇ ਨੇ। ਸੋ 64 ਛੋਟੇ ਜੋ ਕਿਊਬ ਕੱਟੇ ਜਾਣਗੇ ਉਹਨਾਂ ਦੀ ਪਹਿਲਾਂ ਹਰੇਕ ਦੀ ਸਾਨੂੰ ਸਾਈਡ ਪਤਾ ਕਰਨੀ ਪਏਗੀ ਵੀ ਹਰੇਕ ਦੀ ਸਾਈਡ ਕਿੰਨੀ ਹੋਵੇਗੀ। ਸੋ ਆਪਣੇ ਕੋਲ 12 ਬਾਈ 12 ਦਾ ਇੱਕ ਕਿਊਬ ਹੈ, ਉਹਨੂੰ 64 ਦੇ ਨਾਲ ਡਿਵਾਈਡ ਕੀਤਾ ਜਾ ਰਿਹਾ ਹੈ ਤੇ ਆਨਸਰ ਮੇਰੇ ਕੋਲ ਆ ਜਾਏਗਾ ਜਿਹੜਾ ਇੱਕ ਕਿਊਬ ਦਾ ਵੋਲਿਊਮ ਹੋਵੇਗਾ। ठीक आ गया 3 तो x क्यूब 3 ਨਾਲ ਮਲਟੀਪਲੀਕੇਸ਼ਨ ਹੈ ਤਾਂ x ਦੀ ਵੈਲਿਊ ਕਿੰਨੀ ਆ ਗਈ 3 मतलब ਇੱਕ ਜਿਹੜਾ ਛੋਟਾ ਕਿਊਬ ਹੈ ਉਹਦੀ ਇੱਕ ਸਾਈਡ ਜਿਹੜੀ ਹੈ ਉਹ ਆਏਗੀ ਆਪਣੇ ਕੋਲ 3 ਸੈਂਟੀਮੀਟਰ। ਪਤਾ ਕੀ ਕਰਨਾ ਚਾਹੁੰਦੇ हैं बेटा ਕੁੱਲ ਸਤਹ ਦਾ ਖੇਤਰਫਲ। ਕੁੱਲ ਸਤਹ ਤਾਂ ਜੋ बेटा ਐਗਜ਼ਿਸਟਿੰਗ ਆਪਣੇ ਕੋਲ ਕਿਊਬ ਸੀਗਾ 6l² ਉਹਦਾ ਖੇਤਰਫਲ ਹੈ, ਜੋ ਛੋਟੇ ਕਿਊਬਸ ਬਣੇ ਨੇ ਠੀਕ ਹੈ ਉਹ 6x² ਉਹਦਾ ਖੇਤਰਫਲ पर वो किन्ने ने 64 बने ने। 64 ਦੇ ਨਾਲ ਆਪਾਂ ਇਹਨੂੰ ਮਲਟੀਪਲਾਈ ਕਰ ਦਾਂਗੇ ਠੀਕ ਹੈ। ਇਹਦੀ ਵੈਲਿਊ ਕਿੰਨੀ ਆਈ 6 12 ਮਲਟੀਪਲਾਈਡ ਬਾਈ 12 ਇਹ ਕਿੰਨਾ ਹੈਗਾ 64 6 into 3 ਮਲਟੀਪਲਾਈਡ ਬਾਈ 3 ਤੇ ਜੇ ਇਹਨੂੰ ਆਪਾਂ ਕੈਨਸਲ ਕਰੀਏ 6 और 6 ਕੱਟੇ ਗਏ 3 4 ਐਂਡ 3 ਫਿਰ 4 ਆ ਗਿਆ ਠੀਕ ਹੈ। ਇੱਥੇ ਵੀ 4 ਹੀ ਹੈਗਾ ਤੇ ਆ 2 4 ਦੇ ਨਾਲ ਆ 64 ਕੱਟਿਆ ਜਾਏਗਾ ਤੇ ਇੱਥੇ ਕਿੰਨਾ ਆ ਜਾਏਗਾ ਸਿਰਫ 4 ਤਾਂ 4 ਟਾਈਮਸ ਜਿਹੜਾ ਹੈ ਉਹ ਵੋਲਿਊਮ ਜੋ ਹੈ ਉਹ ਵੱਧ ਗਿਆ ਠੀਕ। ਜਾਂ ਤੁਸੀਂ ਇਹ ਕੰਮ ਕਰ ਸਕਦੇ ਸੀਗੇ 6 ਨੂੰ ਮੈਂ ਤੁਹਾਨੂੰ ਇੱਥੇ ਸੋਲਵ ਕਰਕੇ ਦਿਖਾਇਆ ਇਹਨੂੰ ਐਵੇਂ ਕਰ ਸਕਦੇ ਸੀਗੇ 64 6 3 into 3 ਠੀਕ ਹੈ ਤਾਂ 1/4 ਆ ਜਾਣਾ ਸੀਗਾ मतलब ਇਹ 4 ਗੁਣਾ ਇਸ ਉੱਪਰ ਵਾਲੀ ਦੀ ਰਕਮ ਹੈਗੀ ਹੈ ਤਾਂ 4 ਗੁਣਾ ਆਪਣੇ ਕੋਲ ਆਨਸਰ ਆ ਜਾਏਗਾ ਤਾਂ ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਇੱਕ ਧਾਤੂ ਦੇ ਗੋਲੇ ਦਾ ਵਿਆਸ 6 ਸੈਂਟੀਮੀਟਰ ਹੈ, ਇਸ ਨੂੰ ਪਿਘਲਾ ਕੇ 2 ਸੈਂਟੀਮੀਟਰ ਵਿਆਸ ਵਾਲੇ ਛੋਟੇ ਗੋਲਿਆਂ ਵਿੱਚ ਦੁਬਾਰਾ ਬਣਾਇਆ ਗਿਆ ਹੈ। ਜੇ ਕਿੰਨੇ ਗੋਲੇ ਬਣਾਏ ਜਾ ਸਕਦੇ ਹਨ। ਇਹ ਬੇਟਾ ਕਨਵਰਜਨ ਦਾ ਕੁਐਸਚਨ ਹੈਗਾ ਹੈ, ਇਹ 10th ਕਲਾਸ ਦੇ ਸਿਲੇਬਸ ਵਿੱਚ ਹੁੰਦਾ ਹੈ। ਮੇਰੇ ਕੋਲ ਇੱਕ ਸਫੀਅਰ ਹੈ ਜਿਹਦਾ ਵਿਆਸ 6 ਸੈਂਟੀਮੀਟਰ ਹੈ ਔਰ ਇਧਰੋਂ ਵਿਆਸ ਹੈ 2 ਸੈਂਟੀਮੀਟਰ, ਉਹਦੇ ਛੋਟੇ ਗੋਲੇ ਨੇ ਤਾਂ ਦੋਨਾਂ ਦਾ ਜਿਹੜਾ ਬੇਟਾ ਵੋਲਿਊਮ ਹੈ V1 ਔਰ V2 ਉਹ ਦੋਨੋਂ ਬਰਾਬਰ ਹੋਣਗੇ ਠੀਕ ਹੈ। ਹੁਣ ਇੱਕ ਗੋਲੇ ਦਾ ਜਿਹੜਾ ਵੋਲਿਊਮ ਹੈ 4/3 ਪਾਈ r ਕਿਊਬ ਹੈ 6 ਸੈਂਟੀਮੀਟਰ ਵਿਆਸ ਹੈ ਤਾਂ r ਕਿੰਨਾ ਹੋਏਗਾ 3 ਤਾਂ 3 ਗੁਣਾ 3 ਗੁਣਾ 3। ਇਧਰੋਂ ਦੂਸਰਾ ਵੋਲਿਊਮ ਕਿੰਨਾ ਹੈ 4/3 ਔਰ ਇਹ n ਹੋਣਗੇ ਨਾ n ਗੋਲੇ ਬਣ ਗਏ ਛੋਟੇ n ਗੋਲੇ ਉਹਨਾਂ ਦਾ ਵੋਲਿਊਮ ਗੁਣਾ ਕਰਾਂਗੇ ਪਾਈ ਆ ਗਿਆ और व्यास हैगा है 2 सेंटीमीटर ਤਾਂ 1 ਗੁਣਾ 1 ਗੁਣਾ 1 ਰੇਡੀਅਸ ਆ ਠੀਕ ਹੈ। ਆ ਕੈਂਸਲੇਸ਼ਨ ਹੋਗੀ ਆ ਵੀ ਕੈਂਸਲੇਸ਼ਨ ਹੋਗੀ ਨਾਲ ਮੇਰੇ ਕੋਲ n ਗੁਣਾ ਦੇ ਵਿੱਚ ਹੈਗਾ ਹੀ ਹੈ ਤਾਂ n ਦੀ ਵੈਲਿਊ ਕਿੰਨੀ ਆ ਜਾਏਗੀ ਮੇਰੇ ਕੋਲ 27। ਜੇਕਰ ਇੱਕ ਠੋਸ ਲੱਕੜ ਦੇ ਸਿਲੰਡਰ ਤੋਂ ਸਭ ਤੋਂ ਵੱਧ ਸੰਭਵ ਆਇਤਨ ਵਾਲੇ ਸ਼ੰਕੂ ਨੂੰ ਖੋਖਲਾ ਕੀਤਾ ਜਾਂਦਾ ਹੈ ਤਾਂ ਬਾਕੀ ਬਚੀ ਲੱਕੜ ਦੇ ਆਇਤਨ ਅਤੇ ਖੋਖਲੇ ਹੋਏ ਕੋਨ ਦਾ ਆਇਤਨ ਦਾ ਅਨੁਪਾਤ ਕੀ ਹੋਵੇਗਾ। ਕੁਐਸਚਨ ਨੂੰ ਸਮਝੋ। ਆਪਣੇ ਕੋਲ ਇੱਕ ਸਿਲੰਡਰ ਹੈ ਠੀਕ ਹੈ, ਸੋਲਿਡ ਸਿਲੰਡਰ ਹੈ ਔਰ ਉਹਦੇ ਵਿੱਚੋਂ ਇੱਕ ਕੋਨ ਨੂੰ ਕੱਢਿਆ ਗਿਆ ਹੈ ਔਰ ਜੋ ਬਾਕੀ ਬਚੀ ਲੱਕੜ ਹੈ ਉਸ ਦਾ ਆਇਤਨ ਕੱਢਣਾ ਹੈ ਔਰ ਜੋ ਆਪਾਂ ਕੋਨ ਉਹਦੇ ਵਿੱਚੋਂ ਕੱਢਿਆ ਹੈ ਜਾਂ ਖੋਖਲਾ ਕੀਤਾ ਉਹਦਾ ਆਇਤਨ ਦਾ आपस में आपा करना है वॉल्यूम। तो मैं थोड़ा फिगर बना के समझानी है बेटा सिलेंडर ले लेंगे हैं और इस सिलेंडर दे विचों मैं थोड़ा पहला भी चीज एक्सप्लेन कर चुकी है सेम हाइट और सेम रेडियस वाला एक जिहड़ा कोन है वो बाहर कर दिता गया है ठीक। इत्थों हमें इस तरीके नाल बना लांगे तां एक कोन आपां बाहर कर दिता है ਤਾਂ ਅੰਦਰ ਕਿੰਨੇ ਕੋਣ ਬਚ ਗਏ ਨੇ ਆਪਣੇ ਕੋਲ 2 ਕੋਣ ਬਚ ਚੁੱਕੇ ਨੇ। ਆ ਵੋਲਿਊਮ ਬਚ ਗਿਆ ਆ ਬਾਹਰ ਕਰ ਦਿੱਤਾ ਗਿਆ
ਤਾਂ ਰੇਸ਼ੋ ਕਿੰਨੀ ਬਚੇਗੀ बेटा 2:1। ਤਾਂ 2:1 अपना आंसर होएगा। ਉਹਨੇ ਪੁੱਛਿਆ ਬਚੇ ਹੋਏ ਕੌਣ ਦਾ ਆਇਤਨ ਆਲਰੇਡੀ ਬਾਹਰ ਕੱਢਿਆ ਗਿਆ ਹੈ ਜਾਂ ਜਿਹੜਾ ਖੋਖਲਾ ਕੀਤਾ ਗਿਆ ਉਸ ਕੋਣ ਦਾ ਆਇਤਨ। ਤਾਂ ਆਇਤਨ ਰੇਸ਼ੋ ਦੇ ਵਿੱਚ ਇਹ 2 ਨੇ ਔਰ ਇਧਰੋਂ ਸਿਰਫ 1 ਹੈ, ਤਾਂ 2:1 ਇਜ਼ ਦਾ ਆਂਸਰ। C ऑप्शन इज द राइट ऑप्शन। एक घन ते एक घनाभ दा आयतन इक्को जिहा है। घन दा किनारा 10 सेंटीमीटर है, घनाभ दा आधार 20 सेंटीमीटर 5 सेंटीमीटर है। घनाभ दी ऊंचाई की होगी? जेड़ा वॉल्यूम 1 है वो वॉल्यूम 2 दे बराबर है। ਇਹਦਾ मतलब जेड़ा मेरे को क्यूब है उसका किनारा किन्ना दे रखा 10 सेंटीमीटर, ता वॉल्यूम आ गया 10 मल्टीप्लाइड बाय 10 मल्टीप्लाइड बाय 10। और जो मैंने क्यूबॉइड दे रखा है ओदा वॉल्यूम कितना हुंदा बेटा लेंथ इनटू ब्रेड्थ इनटू हाइट। आ लेंथ इनटू ब्रेड्थ मैं थानू पहला भी एक्सप्लेन कीता सी ये की हुंदा है आधार नीचे जो बनया होया है। और आ रही हाइट एदी वैल्यू सानू दे रखी है 20 गुणा 5 ता 20 मल्टीप्लाइड बाय 5 और हाइट आपां मान लेंदे हैं। तैनू जद आपां कैंसलेशन करांगे ठीक है तो इधर आ गया 10 आ 10 कटिया गया तो h की वैल्यू कितनी आ जाएगी अपने कोल 10 सेंटीमीटर। जेकर किसी गोले का आयतन ते सतह का क्षेत्रफल संख्यात्मक तौर ते बराबर हन तां इसका अर्ध व्यास कितना होएगा? इफ द वॉल्यूम एंड टोटल सरफेस एरिया ऑफ अ स्फीयर आर इक्वल इन वैल्यू न्यूमेरिक वैल्यू देन द रेडियस विल बी। बहुत ही सिंपल क्वेश्चन है बेटा, दोनों चीजों की वैल्यू पुट कर लो। 4/3 पाई आर क्यूब इधर बराबर है 4 पाई आर स्क्वायर। 4 पाई कैंसिल आर स्क्वायर नाल आर क्यूब कर ला एक आर बच गया। तार अपॉन 3 1 दे बराबर आर की दे बराबर हो गया 3 सेंटीमीटर 3 यूनिट्स ठीक है। सेंटीमीटर दे के यूनिट्स दे विच आंसर आ गया अपने को। क्वेश्चन नंबर 22 ते चलदे अर्ध व्यास आर दा एक अर्ध गोला उसे अर्ध व्यास आर अते ऊंचाई आर वाले एक सिलेंडर के ऊपर रखा गया है। आ सिलेंडर इस सिलेंडर के ऊपर सेम ऊंचाई ते अर्ध व्यास वाला आपा गोला रखा है। आ भी आर हो गया, आ रेडियस भी आर है ते ऊंचाई भी कितनी हैगी है आर। अर्ध गोले की कुल सतह का क्षेत्रफल दा सिलेंडर की वक्र सतह का क्षेत्रफल अनुपात पता करो। हुण अर्ध गोले का जिहड़ा कुल सतह का क्षेत्रफल है रखा तो होया है पर वैसे ही कह रहा है कुल सतह का क्षेत्रफल तो अर्ध गोले की कुल सतह जिहड़ी हुंदी है वो वैसे बेटा 3 पाई आर स्क्वायर हुंदी है ठीक है। जे आपां कहिए भी इस जगह ते दी वक्र बनती है कुल तो बनी नहीं हैगी। खैर आपां कुल अलग तरीके नाल ले रहे हैं। और सिलेंडर की वक्र सतह का क्षेत्रफल दैट इज 2 पाई आर एच ठीक। हुणे एच की थां ते भी की है अपने कोल आर ही है ताए की हो गया आर स्क्वायर कैंसिल हो गया पाई ते पाई कैंसिल हो गया ते की बन जाएगा अपने को 3:2 इज द आंसर डी ऑप्शन। क्वेश्चन नंबर 23 जेकर किसी शंकु की ऊंचाई 3 गुना कर दी जाए हाइट ऑफ अ कोन इज इंक्रीज्ड 3 टाइम्स h का 3h हो गया ठीक है। और फिर वो कह रहा है इसका अर्ध व्यास दुगना कर दिता जाए रेडियस इज done twice so multiplied by 2 that's the आयतन कितना बढ़ता how much the volume increases कितने टाइम्स या कितना बढ़ जाएगा तो वो आपा देखेंगे। पहला वॉल्यूम अपने कोल कौन है तो 1/3 पाई आर स्क्वायर एच पहला सीगा हुण कितना हो जाएगा बेटा 1/3 पाई आर दा 2r इज द स्क्वायर और h हो गया है 3h। ਤਾਂ ਤੁਸੀਂ ਆ ਵਾਲੇ ਨੰਬਰਸ ਪਤਾ ਕਰਨੇ ਨੇ ਬਸ ਆ ਵਾਲੇ ਨੰਬਰਸ ਇਹਨਾਂ ਨੂੰ ਮਲਟੀਪਲਾਈ ਕਰ ਲਓ। ਆ 4 ਆ ਗਿਆ 4 3 ਦਾ ਕਿੰਨਾ ਆ ਗਿਆ ਮੇਰੇ ਕੋਲ 12 ਤਾਂ ਬਾਕੀ ਦਾ ਵੋਲਿਊਮ ਉਹੀ ਨਿਕਲਿਆ। ਤਾਂ 23rd ਦਾ C ਆਪਸ਼ਨ ਇਜ਼ ਦਾ ਰਾਈਟ ਆਪਸ਼ਨ। 24 ਜੇਕਰ ਕਿਸੇ ਸ਼ੰਕੂ ਦਾ अर्ध व्यास ਅੱਧਾ ਕਰ ਦਿੱਤਾ ਜਾਵੇ if the radius of a cone is halved या divided by 2 ਇਸ ਦੀ ਉਚਾਈ 3 ਗੁਣਾ ਕਰ ਦਿੱਤੀ ਜਾਵੇ and the height is increased 3 times ਤਾਂ ਇਸ ਦੇ ਆਇਤਨ ਦਾ ਕੀ ਹੁੰਦਾ ਹੈ then what will be the volume become। ਸੇਮ ਉਸੇ ਤਰੀਕੇ ਦਾ ਕੁਐਸਚਨ ਹੈ ਬੇਟਾ ਮੈਂ ਤੁਹਾਨੂੰ ਆਨਸਰ ਲਿਖਵਾਨੀ ਹੈ ਸਿਰਫ ਤੁਸੀਂ ਇਹਨੂੰ ਆਪ ਸੋਲਵ ਕਰਨਾ ਹੈ और WhatsApp ਦੇ ਉੱਪਰ ਮੈਨੂੰ ਦੱਸਣਾ ਹੈ ਕਿ ਤੁਹਾਡਾ ਆਨਸਰ ਇਹ ਸਹੀ ਨਿਕਲਿਆ ਕਿ ਨਹੀਂ। ਆਨਸਰ ਹੈਗਾ 3/4 ਬਣ ਜਾਂਦਾ ਹੈ ਪ੍ਰੋਸੈਸ ਬਿਲਕੁਲ ਸੇਮ ਹੈ ਐਵੇਂ ਹੀ ਕਰਨਾ ਹੈ।
4 ਸੈਂਟੀਮੀਟਰ ਅਰਧ ਵਿਆਸ ਦੇ ਇੱਕ ਬੇਲਨਾਕਾਰ ਗਲਾਸ ਦੇ ਵਿੱਚ 8 ਸੈਂਟੀਮੀਟਰ ਦੀ ਉਚਾਈ ਤੱਕ ਪਾਣੀ ਹੈ। ਇੱਕ ਠੋਸ ਗੋਲਾਕਾਰ ਗੇਂਦ ਸੁੱਟੀ ਜਾਂਦੀ ਹੈ ਤੇ ਪਾਣੀ ਦਾ ਪੱਧਰ 2.25 ਸੈਂਟੀਮੀਟਰ ਵੱਧ ਜਾਂਦਾ ਹੈ। ਗੋਲੇ ਦਾ ਅਰਧ ਵਿਆਸ ਕਿੰਨਾ ਹੋਵੇਗਾ? और इसका अर्ध व्यास जो है आर कितना दे रखा मनु 4 सेंटीमीटर और 8 सेंटीमीटर तक पानी है। हुण मैं की कीता है ਇਹਦੇ ਵਿੱਚ ਇੱਕ ਗੋਲਾ ਜੋ ਹੈ ਇੱਕ ਸਫੀਅਰ ਜੋ ਹੈ ਉਹ ਇਹਦੇ ਵਿੱਚ ਡ੍ਰੌਪ ਕੀਤਾ ਹੈ। ਜਦੋਂ ਇਹਦੇ ਵਿੱਚ ਉਹ ਗੋਲਾ ਡ੍ਰੌਪ ਕੀਤਾ ਗਿਆ ਤਾਂ ਪਾਣੀ ਜਿਹੜਾ ਹੈ ਉਹ 2.25 ਸੈਂਟੀਮੀਟਰ ਹੋਰ ਵੱਧ ਜਾਂਦਾ ਹੈ। ਤਾਂ ਦੱਸੋ ਇਸ ਗੋਲੇ ਦਾ ਜਿਹੜਾ ਹੈ ਉਹ ਰੇਡੀਅਸ ਐਸ ਦਾ ਰੇਡੀਅਸ ਕਿੰਨਾ ਹੋਵੇਗਾ? ਤਾਂ ਗੱਲ ਹੈ कि जो मेरे को स्फीयर दा वॉल्यूम है वो कितना होएगा जिन्ना पानी दा वॉल्यूम इंक्रीज किया है। यानी कि अगर आ फिगर एनी को ले लिए और इत्थे आपां पानी ले लिए तो ए जो छोटा सिलेंडर बनया है यही वॉल्यूम है मेरे स्फीयर दा। तो फॉर्मूला लगावांगे पाई आर स्क्वायर एच, बट ए जिहड़ी आर है वो तो लवांगे 4 मल्टीप्लाइड बाय 4, एच लवांगे 2.25। ठीक है, पानी का पद्धर उन्ना ही इंक्रीज किया सी ना, लेवल ऑफ वाटर इज इंक्रीज बाय 2.25 और ए ले लिया आर क्यूब 4/3, 4 और 4 कैंसिल, 4 और 4 पाई अपने को कैंसिल हो गए ने। ता आर क्यूब अपॉन 3 4 into 2.25। ठीक है, तो आर क्यूब इज इक्वल्स टू 12 मल्टीप्लाइड बाय 2.25। तो इसका आंसर आता है बेटा मल्टीप्लाई करके 27। So R is cube root of 27, that is 3। तो आंसर कितना आ जाता बेटा 3 सेंटीमीटर। एक सिलेंडर, एक शंकु और एक अर्धगोले का आधार बराबर है, ऊंचाई भी इक्को जी है। आधार बराबर है, बेस सेम है यानी कि रेडियस सेम है और हाइट भी सेम है। किदे सिलेंडर, कोन एंड अ हेमीस्फीयर। इन्हां दे आयतना दा अनुपात की होवेगा? आपां की तीनों वॉल्यूम्स लिखने ने V1, V2 एंड V3। तो सब तो पहले सिलेंडर लिखना है, जिस ऑर्डर च बेटा दे रखा उसी ऑर्डर च आपां लिखना है। पाई आर स्क्वायर एच, V2 है शंकु 1/3 पाई आर स्क्वायर एच और V3 है अर्धगोला तो 2/3 पाई आर क्यूब। ठीक है, सो पाई 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 कैंसिल हो गया। आर और एच ये दोनों ही सेम ने बेटा, सो ए भी आर क्यूब भी समझो, ए भी आर क्यूब और ए भी आर क्यूब ही है। ते आर क्यूब भी अपने को कैंसिल हो गए। हुण मेरे को देखो नंबर्स केड़े केड़े बचते ने, 1 बचिया, 1/3 बचिया और 2/3 बचिया। तो आपां तीन दोनों सारे पासे मल्टीप्लाई कर दिया तो 3:1:2 इज द आंसर। सी ऑप्शन इज द आंसर। नेक्स्ट क्वेश्चन चलता है, जेकर किसी शंकु का आधार का घेरा 10% बढ़ाया जाए, ऊंचाई 10% डिक्रीज की जाए तो आयतन लगभग कितना बदल जाता है? क्वेश्चन बेटा थोड़ा जिहा लेंदी है तो मैंने एक्सप्लेन करने दे लई ना टाइम बचाउण दे लई तुहानूं पहला ही आंसर लिख के रखा होया। तुसीं इहनूं सहज सुभाव नाल समझो कि आपां नूं एक शंकु दी जिहड़ी रेडियस है ਉਹਦੇ ਵਿੱਚ 10% वाधा दे रखा है। प्रतिशत जदों आपां हटाउणी होवे तो बटे 100 लगा दो डिवाइडेड बाय 100, यानी कि 1/10 का वाधा होया। तो पहला आर सी तो हुण 1/10 आर नूं विच जोड़ांगे तो 11 R/10 हुण दी रेडियस हो गई है। हाइट विच कहना है घाटा होया, वही सेम 10% की घाटा होया तो 1/10 एच घाटा होया। पहला एच सी -1/10 एच कर देंगे तो आंसर कितना आ जाएगा 9H/10। हुण ये तो नवीं रेडियस ते नवीं ऊंचाई आ गई। हुण आपां नवां वॉल्यूम बनाना है, क्योंकि पूछ रहा भी इस वाधे घाटे दे नाल आयतन ते की फर्क पऊगा, वो वधूगा कि घटूगा। तो लेट अस फाइंड दैट। वॉल्यूम पाई आर स्क्वायर एच सीगा, नवा वॉल्यूम बनाओ, पाई गुणा 11R/10, 11R/10 9H/10। ਇਹਦੇ ਵਿੱਚ r स्क्वायर h और पाई ਨੂੰ ਇੱਕ ਪਾਸੇ कर दो बेटा, पुराना वॉल्यूम है अपना। ठीक, और ਇਹਨੂੰ कर लो गुणा। ਇੱਥੇ ਤੁਸੀਂ 11 ਨੂੰ 11 ਨਾਲ ਕਰੋਗੇ 121 ਆ ਗਿਆ, 121 ਨੂੰ 9 ਨਾਲ ਗੁਣਾ ਕਰੋਗੇ 1089 अपॉन 1000 और पुराना वॉल्यूम जिन्हों मैं 20 मन्निया सी वो चीज आ गई। तो मेरे को नवा वॉल्यूम भी आ गया, पुराना वॉल्यूम भी है। हुण की पता करना आपां किन्ना वो वधिया और फिर ओदी प्रतिशत, क्योंकि आंसर प्रतिशत विच पूछा होया है। तो वाधा किन्ना होया, नवे वॉल्यूम दे विचों पुराना वॉल्यूम माइनस करांगे
ਤਾਂ ਬੇਟਾ ਜਿਹੜਾ ਵਧਿਆ ਹੋਇਆ ਵੋਲਿਊਮ ਹੈ ਉਹਦੇ ਵਿੱਚ ਆਪਾਂ ਪਿਛਲਾ ਵੋਲਿਊਮ ਮਾਈਨਸ ਕਰਾਂਗੇ ਤਾਂ ਆਨਸਰ ਕਿੰਨਾ ਆ ਜਾਏਗਾ ਆਪਣੇ ਕੋਲ 89V/1000 ਯਾਨੀ ਕਿ 0.089V। ਠੀਕ ਹੈ, ਇਹ ਪਲੱਸ ਵਿੱਚ ਹੀ ਕਿਉਂ ਆਣਾ ਹੈ ਕਿਉਂਕਿ ਨਵਾਂ ਵੋਲਿਊਮ ਆਪਣੇ ਕੋਲ ਵੱਧ ਹੈ, ਪੁਰਾਣਾ ਵੋਲਿਊਮ ਘੱਟ ਹੈ। ਤਾਂ ਵੋਲਿਊਮ ਤਾਂ ਵਧਿਆ ਪਰ ਕਿੰਨਾ ਵਧਿਆ ਉਹ ਦੇਖਿਓ। ਤਾਂ ਪ੍ਰਤੀਸ਼ਤ ਵਾਧਾ ਕੀ, ਜਿੰਨਾ ਮੇਰੇ ਕੋਲ ਵਾਧਾ ਆਇਆ 0.89V डिवाइडेड बाय जिन्ना मेरा ओरिजिनल वॉल्यूम सी वो V सीगा, पाई आर स्क्वायर च नहीं लिखा मैं, कैपिटल V लिख लिया और गुणा 100 क्योंकि प्रतिशत काट रहे हैं ਆਪਾਂ। ਤਾਂ ਆਨਸਰ ਕਿੰਨਾ ਆ ਜਾਏਗਾ ਮੇਰੇ ਕੋਲ ਇੱਥੇ 8.9% और ਇਹ ਕੀ ਹੋਇਆ ਮੇਰਾ ਇਨਕਰੀਜ਼। ਇਹੀ ਆਪਣਾ ਆਨਸਰ ਹੈ, ਇਹਨਾਂ ਵਿੱਚੋਂ ਕੋਈ ਨਹੀਂ। ਕਿਉਂ? ਕਿਉਂਕਿ ਆਪਣਾ ਜਿਹੜਾ ਵਾਧਾ ਆਇਆ ਹੈ ਉਹ ਹੈ 8.9%। क्वेश्चन 28 ਵੱਲ ਚੱਲਦੇ ਹਾਂ ਬੇਟਾ। एक कण दे अंदर एक गोला बनाया गया है। कण है मेरे को, पहला भी ਆਪਾਂ ਫਿਗਰ ਡਰਾ ਕੀਤੀ ਸੀਗੀ, ਤੁਸੀਂ ਇਹਦਾ ਉੱਪਰੋਂ ਅਗਰ ਸੈਕਸ਼ਨ ਦੇਖੋਗੇ ਤਾਂ ਉੱਪਰ ਵਾਲਾ ਜਿਹੜਾ ਫੇਸ ਹੈ ਉਹ ਆ ਗਿਆ ਔਰ ਇਹਦੇ ਵਿੱਚ ਆਪਣੇ ਕੋਲ ਆ ਗਿਆ ਇੱਕ ਗੋਲਾ ਬਣਾਇਆ ਗਿਆ ਹੈ। ਉਹਨਾਂ ਦੇ ਆਇਤਨਾਂ ਦਾ ਅਨੁਪਾਤ ਕੀ ਹੋਵੇਗਾ? ਇੱਕ ਕਿਊਬ ਦੇ ਅੰਦਰ ਇੱਕ ਸਫੀਅਰ ਨੂੰ ਫਿਕਸ ਕੀਤਾ ਗਿਆ ਤਾਂ ਅਗਰ ਇਹ ਕਿਊਬ ਦੀ ਸਾਈਡ ਇੰਨੀ ਹੈ ਤਾਂ ਸਫੀਅਰ ਦੀ ਰੇਡੀਅਸ ਕਿੰਨੀ ਹੋਏਗੀ 1a/2 और वॉल्यूम a क्यूब और रेशियो 4/3 पाई a/2 मल्टीप्लाइड बाय a/2 मल्टीप्लाइड बाय a/2। a कैंसिल, इधर 1 बन गया बेटा, इधरों a कैंसिल हो गए। सो 1 और इधरों 2 4 नाल कैंसिल हो गए दोनों। इधर आ गया मेरे को पाई और नीचे आ गया 6। सो 6/पाई इज द आंसर, पाई/6। ਇਹਨੇ ਇਸ ਤਰੀਕੇ ਨਾਲ ਆਨਸਰ ਪੁੱਛਿਆ ਸੀ। ਇੱਕ ਸ਼ੰਕੂ, ਇੱਕ ਅਰਧਗੋਲਾ ਅਤੇ ਇੱਕ ਸਿਲੰਡਰ ਯਾਨੀ ਕਿ ਕੋਨ, ਹੈਮੀਸਫੀਅਰ ਐਂਡ ਅ ਸਿਲੰਡਰ, ਉਹਨਾਂ ਦਾ ਆਧਾਰ ਦਾ ਵਿਆਸ ਇੱਕੋ ਜਿਹਾ ਹੈ ਯਾਨੀ ਕਿ ਡਾਇਮੀਟਰ ਸੇਮ ਹੈ, ਸੋ ਰੇਡੀਅਸ ਵੀ ਸੇਮ ਹੈ, ਉਚਾਈ ਵੀ ਇੱਕੋ ਜਿਹੀ ਹੈ, ਉਹਨਾਂ ਦੀ ਹਾਈਟ ਵੀ ਸੇਮ ਹੈ। ਤਾਂ ਕਿਸ ਦਾ ਆਇਤਨ ਸਭ ਤੋਂ ਵੱਧ ਹੈ, ਵੋਲਿਊਮ ਕਿਹਦਾ ਸਭ ਤੋਂ ਜ਼ਿਆਦਾ ਹੋਏਗਾ? ਤਾਂ ਤਿੰਨਾਂ ਦੇ ਆਪਾਂ ਕੀ ਲਿਖ ਲੈਂਦੇ ਆ, ਫਾਰਮੂਲਾਸ ਲਿਖ ਲੈਂਦੇ ਆ बेटा। 1/3 पाई r स्क्वायर h। दूसरा की है मेरे को हेमिस्फीयर 4/3 पाई r क्यूब, सॉरी अर्धगोला है 2/3, ठीक है। और तीसरा की है सिलेंडर पाई r स्क्वायर h। पहले तो पाई 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 कैंसिल करते हैं, हुन h और r सेम ही है, सो a r³/3 है, a भी r³/3 है इधर, लेकिन 2 मल्टीप्लाई हो रहा है और a हैगा है r³। इन्हों r³ ਨੂੰ कैंसिल करो, 1/3 2/3 और ये आ गया 1। तो सिलेंडर ਦਾ ਜਿਹੜਾ वॉल्यूम है बेटा सब तो ਵੱਧ होएगा क्योंकि a भी क्वांटिटी लेस देन 1 है, आप भी क्वांटिटी लेस देन 1 है, सिलेंडर ਦਾ आयतन जो है वो सब तो ज्यादा होगा। जेकर भुजा A ਦੇ ਘਣ ਨੂੰ ਪਿਘਲਾ ਕੇ ਗੋਲੇ ਵਿੱਚ ਦੁਬਾਰਾ ਬਣਾਇਆ ਜਾਂਦਾ ਹੈ, we have a cube और उसकी साइड जो है वो A है और ਉਹਨੂੰ ਆਪਾਂ मेल्ट ਕਰਦੇ हैं और ਘਣ ਤੋਂ ਆਪਾਂ ਬਣਾਉਂਦੇ हैं स्फीयर। ਤਾਂ स्फीयर ਦਾ ਅਰਧਵਿਆਸ ਕਿੰਨਾ ਹੋਏਗਾ? ਪਹਿਲੀ ਗੱਲ ਤਾਂ ਜਦੋਂ ਤੁਸੀਂ ਇੱਕ ਫਿਗਰ ਨੂੰ ਪਿਘਲਾ ਕੇ ਦੂਸਰੀ ਫਿਗਰ ਬਣਾਉਂਦੇ ਹੋ, ਉਹਨਾਂ ਦੇ ਵੋਲਿਊਮ ਸੇਮ ਹੁੰਦੇ ਨੇ, A और ਗੋਲੇ ਦੇ ਵਿੱਚ ਕਨਵਰਟ ਕੀਤਾ 4/3 पाई r³, ठीक है। सो a³ मल्टीप्लाइड बाय 3 अपॉन 4 पाई इज इक्वल्स टू r³। ये आ गया। हुन r ਦੀ ਵੈਲਿਊ ਕਿੰਨੀ ਆਏਗੀ बेटा? क्यूब रूट कटांगे, a³ 3/4 पाई, सो a 3/4 पाई। ਇਹ बेटा मैथमेटिकली आंसर निकलेगा, पर ਇੱਥੇ एरर है, ਇਹ आंसर दे नहीं रखा, इस आंसर ਨੂੰ ਤੁਸੀਂ ਨੋਟ ਕਰ ਲਓ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਜੇਕਰ ਇੱਕ ਅਰਧ ਗੋਲੇ ਦਾ ਵਕਰ ਸਤਹ ਦਾ ਖੇਤਰਫਲ r ਅਰਧਵਿਆਸ ਵਾਲੇ ਚੱਕਰ ਦੇ ਖੇਤਰਫਲ ਦੇ ਬਰਾਬਰ ਹੈ ਤਾਂ ਅਰਧ ਗੋਲੇ ਦਾ ਅਰਧਵਿਆਸ ਕੀ ਹੋਏਗਾ? ਹੁਣ ਮੇਰੇ ਕੋਲ ਇੱਕ ਹੈਮੀਸਫੀਅਰ ਹੈ ਔਰ ਉਹਦਾ ਮੈਂ ਲੈਣਾ ਹੈ वक्र सतह यानी कि कर्व सरफेस एरिया, ਤਾਂ ਉਹ ਹੁੰਦਾ 2 ਪਾਈ r ਸਕੁਆਇਰ ਔਰ ਉਹ ਕਿਹਦੇ ਬਰਾਬਰ ਹੈ? ਇੱਕ ਸਰਕਲ ਜਿਹਦਾ ਖੇਤਰਫਲ, ਸਰਕਲ ਦਾ ਖੇਤਰਫਲ ਕਿੰਨਾ ਹੁੰਦਾ ਬੇਟਾ? ਪਾਈ r ਸਕੁਆਇਰ। ਤਾਂ ਇਹਦੇ ਆਪਾਂ r ਆ ਵਾਲੀ ਲੈ ਲੈਂਦੇ ਹਾਂ। ਤਾਂ ਅਰਧ ਗੋਲੇ ਦਾ ਅਰਧਵਿਆਸ ਕਿੰਨਾ ਹੋਏਗਾ? ਤਾਂ ਰੇਡੀਅਸ ਆਫ ਦਾ ਹੈਮੀਸਫੀਅਰ
pi and pi will be cancelled. So capital R will be equal to R square upon 2. इधर लवांगे square root. The R upon root 2 is the answer. A option is the answer. 32nd question. एक खोखले सिलेंडर विच हवा दा आयतन 450 सेंटीमीटर क्यूब है, मतलब एक सिलेंडर दा वॉल्यूम ही दे रखा है, उस सिलेंडर दी ऊंचाई ते घेरे दे बराबर एक शंकु इस दे अंदर रखा गया है। घेरा दा मतलब पता है की हुंदा है बेटा, आ चीज रेडियस सेम हो जाती है और इत्थे तुसी देखो इस कोन दी हाइट भी सेम है। इस तरीके तुसी क्वेश्चन पहला कीता सी ना कि वुडन कोन जो है वो विचों कढ़िया गया है। सिलेंडर विच खाली थां दा आयतन कितना होएगा, ਤਾਂ मैं ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 2 टाइम्स पाई r स्क्वायर h upon 3, क्योंकि खाली ਥਾਂ ਅਸਲ ਦੇ ਵਿੱਚ ਕਿੰਨੀ ਹੈ, ਇਹ ਦੋ ਕੋਨ ਦੇ ਵੋਲਿਊਮ ਦੇ ਬਰਾਬਰ ਹੀ ਹੈ। ਟੋਟਲ ਆਇਤਨ ਕਿੰਨਾ ਹੈ 450 सेंटीमीटर क्यूब है। वैसे ਤਾਂ देखो 1 2 और 3 ਇਹ ਤਿੰਨ ਕੋਨ ਦੇ ਵਿੱਚ ਡਿਵਾਈਡ ਹੋਇਆ ਹੈ, ਤਾਂ ਤੁਸੀਂ 450 upon 3 ਨਾਲ ਡਿਵਾਈਡ ਕਰੋਗੇ, ਨਾਲ ਡਿਵਾਈਡ ਕਰੋਗੇ ਤਾਂ ਸਾਡੇ ਕੋਲ ਆ ਜਾਏਗਾ ਆਨਸਰ 150। ठीक है, ये 150 है एक दा और मैनू चाहिए है 2 दा, तो इनू 2 नाल मल्टीप्लाई करांगे तो मेरे को 300 सेंटीमीटर क्यूब आंसर आ जाएगा। 33rd क्वेश्चन बेटा, पिक्चर दे विच दिखाया अनुसार आपा देखना है, ਇਹਦੇ ਵਿੱਚ दो कोन्स जो है वो अपने कोल जॉइंट ने जुड़े हुए ने। जेकर रेडियस 4 सेंटीमीटर है सो दिस इज 4 सेंटीमीटर्स और तिरछी ऊंचाई बेटा स्लांट हाइट 6 सेंटीमीटर दे रखी है। तने पूछा है यदि टोटल हाइट कितनी होएगी, आ टोटल हाइट बेटा h1 प्लस h2 होएगी। तो पहला ਆਪਾਂ h1 हाइट फाइंड आउट कर लेंगे हैं। कोन ਦੀ ਜਦੋਂ ਆਪਾਂ ਹਾਈਟ ਦੀ ਗੱਲ ਕਰੀਏ ਤਾਂ ਉਹ ਇੱਕ ਪਾਈਥਾਗੋਰਸ ਥਿਓਰਮ ਇੱਥੇ ਯੂਜ਼ ਹੁੰਦੀ ਹੈ, ਉਹਦੇ ਨਾਲ ਉਹ ਯੂਜ਼ फाइंड आउट ਕੀਤੀ ਜਾ ਸਕਦੀ ਹੈ। ਸੋ ਸਲਾਂਟ ਹਾਈਟ 6 ਸਕੁਆਇਰ ਜੋ ਕਿ ਆਪਣਾ ਕਰੰਟ ਬਣ ਜਾਏਗਾ, ਉਹਦੇ ਵਿੱਚ ਆਪਾਂ 4 ਸਕੁਆਇਰ ਮਾਈਨਸ ਕਰਾਂਗੇ। सो अपने h1 स्क्वायर अगर स्क्वायर हटावांगे तो कितना आ जाएगा थे अंडर रूट 36 माइनस 16 तो 20 अंडर रूट यानी कि 2 रूट 5। हुन 2 रूट 5 से h1 है, अगर इन्हें डबल करिए तो टोटल हाइट आ जाएगी यानी कि 4 रूट। क्वेश्चन नंबर 34, एक शंकु ਅਤੇ ਇੱਕ ਸਿਲੰਡਰ ਦਾ ਅਰਧ ਵਿਆਸ ਅਤੇ ਆਇਤਨ ਬਰਾਬਰ ਹਨ, यानी कि एक कोन एंड सिलेंडर देयर वॉल्यूम इज एंड रेडियस इज सेम। शंकु दी ऊंचाई ते सिलेंडर दी ऊंचाई कितनी रेशो विच होएगी। इस क्वेश्चन आप बहुत बार कर चुके हैं बेटा। अर्ध व्यास सेम है सो 1/3 पाई r स्क्वायर h और पाई r स्क्वायर कैपिटल H। ठीक है, ये दोनों दे वॉल्यूम्स ने आ हाइट है लेकिन रेडियस सेम सीगियां, सो इनू करते आपा इक्वल। ठीक है, पाई एंड पाई कैंसिल, r स्क्वायर कैंसिल। हुन पूछया कि बेटा शंकु दी ऊंचाई और रेशो, आ हैगी शंकु दी ऊंचाई और आ हैगी है अपने कोल सिलेंडर दी ऊंचाई। सो इथे 3 सीगा इज इक्वल टू इथे 1 बच गया, सो h upon h इज इक्वल्स टू 3 upon 1 यानी कि आंसर आ जाएगा मेरे को 3:1। बी ऑप्शन इज द राइट ऑप्शन। जेकर तुसी इस चैनल पर पहली बार आए हो तो जरूर इस चैनल ਨੂੰ ਆਪਣੇ फ्रेंड्स ਦੇ ਨਾਲ शेयर करो, इस वर्कशीट ਨੂੰ शेयर करो, तुसी मेरे नोट्स बनाओ और जिथे भी ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤੁਸੀਂ ਮੈਨੂੰ पिक सेंड कर सकते हो, क्वेश्चन नंबर सेंड कर सकते हो, मेरे नाल तुसी WhatsApp ਦੇ ਉੱਪਰ कम्युनिकेट कर सकते हो, मैं ਤੁਹਾਡੀ प्रॉब्लम ਨੂੰ ਜ਼ਰੂਰ सॉल्व करांगी। ਤੁਸੀਂ ਖੁਦ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਨੂੰ ਮੇਰੀ ਸਬਸਕ੍ਰਿਪਸ਼ਨ ਜ਼ਰੂਰ ਦਿਵਾਓ। ਜਿਹੜੇ ਬੱਚੇ ਟਿਊਸ਼ਨਸ ਨੂੰ ਅਫੋਰਡ ਨਹੀਂ ਕਰਦੇ ਹੈਗੇ ਤੁਸੀਂ ਬਹੁਤ ਅੱਛੀ ਤਿਆਰੀ ਇੱਥੋਂ ਕਰ ਸਕਦੇ ਹੋ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।